ਹੈਲੋ ਦੋਸਤੋ, ਮੋਸਟ ਵੈਲਕਮ ਇੱਕ ਹੋਰ ਵੀਡੀਓ ਦੇ ਵਿੱਚ। ਤਾਂ ਅੱਜ ਆਪਾਂ ਨਵਾਂ ਚੈਪਟਰ ਸ਼ੁਰੂ ਕਰਨ ਲੱਗੇ ਹਾਂ ਸਾਇੰਸ ਦਾ। ਤਾਂ ਉਹ ਹੈਗਾ ਆਪਣੇ ਕੋਲੇ ਮੈਟਲ ਤੇ ਨੋਨ ਮੈਟਲ। ਠੀਕ ਹੈ, ਤਾਂ ਇਹਦੇ ਵਿੱਚ ਤੁਹਾਨੂੰ ਸਮਝੋ ਇਹਨਾਂ ਦਾ ਡਿਫਰੈਂਸ ਹੀ ਕਰਾਤਾ ਨਾ, ਤੇ ਤੁਹਾਡਾ ਚੈਪਟਰ ਜਿਹੜਾ ਕੰਪਲੀਟ ਹੋ ਗਿਆ। ਜਿਹੜੀਆਂ ਕੈਮੀਕਲ ਰਿਐਕਸ਼ਨ ਹੈ ਉਹ ਆਪਾਂ MCQ ਦੇ ਵਿੱਚ ਕਰ ਲਾਂਗੇ। ਠੀਕ ਹੈ, ਇਹਦੇ ਵਿੱਚ ਤੁਸੀਂ ਸਮਝੋ ਕਿ ਮੈਟਲ ਕੀ ਹੁੰਦੇ ਆ ਤੇ ਨੋਨ ਮੈਟਲ ਕੀ ਹੁੰਦੇ ਆ। ਠੀਕ ਹੈ, ਕਿਹੜੀਆਂ ਕਿਹੜੀਆਂ ਇਹਨਾਂ ਦੇ ਵਿੱਚ ਡਿਫਰੈਂਸ ਹੁੰਦੀਆਂ, ਕਿਹੜੀਆਂ ਕਿਹੜੀਆਂ ਖਾਸੀਅਤ ਹੁੰਦੀਆਂ, ਕਿਹੜੇ ਕਿਹੜੇ ਇਹਦੇ ਵਿੱਚੋਂ ਕੁਐਸਚਨ ਬਣ ਸਕਦੇ ਆ। ਛੋਟੇ ਛੋਟੇ ਕੁਐਸਚਨ ਬਣਾਵਾਂਗੇ ਆਪਾਂ ਨਾਲੇ। ਤਾਂ ਸ਼ੁਰੂ ਕਰਦੇ ਹਾਂ ਹੁਣ ਬਿਨਾਂ ਟਾਈਮ ਵੇਸਟ ਕੀਤੇ। ਤਾਂ ਸਭ ਤੋਂ ਪਹਿਲਾਂ ਮੈਂ ਦੱਸੂਗਾ ਕਿ ਇਹਨਾਂ ਦੋਵਾਂ ਦੀ ਫਿਜ਼ੀਕਲ ਪ੍ਰੋਪਰਟੀ ਕਿਹੜੀ ਹੈ। ਠੀਕ ਹੈ, ਕੋਸ਼ਿਸ਼ ਕਰਾਂਗੇ ਜੇ ਹੋ ਸਕਿਆ ਤਾਂ ਇਸੇ ਵੀਡੀਓ ਦੇ ਵਿੱਚ ਲੈਕਚਰ ਨੂੰ ਖਤਮ ਕਰ ਦਈਏ। ਤਾਂ ਸ਼ੁਰੂ ਕਰਦੇ ਹਾਂ ਨੰਬਰ 1 ਤੋਂ। ਠੀਕ ਹੈ, ਆਦੀ ਗੱਲ ਕਰਾਂਗੇ ਪਹਿਲਾਂ ਆਪਾਂ। ਪਹਿਲਾਂ ਗੱਲ ਕਰਾਂਗੇ ਇਹਨਾਂ ਦੀ ਫਿਜ਼ੀਕਲ ਪ੍ਰੋਪਰਟੀ, ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਤੁਹਾਨੂੰ ਡਿਟੇਲ ਦੇਣਾ ਚਾਹੂੰਗਾ ਕਿ ਐਲੀਮੈਂਟ ਕਿੰਨੇ ਆ ਟੋਟਲ ਜਿਹੜੇ ਕੰਸੀਡਰ ਕੀਤੇ ਜਾਂਦੇ ਆ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲੇ ਕਿੰਨੇ ਆ ਤੇ ਕਿਹੜੇ ਕਿਹੜੇ ਇਹਨੂੰ ਪਾਰਟਸ ਦੇ ਵਿੱਚ ਵੰਡਿਆ ਹੋਇਆ। ਸ਼ੁਰੂ ਕਰਦੇ ਹਾਂ ਹੁਣ ਆਪਾਂ। ਐਲੀਮੈਂਟਸ ਕਿੰਨੇ ਆ ਆਪਣੇ ਕੋਲੇ। ਐਲੀਮੈਂਟਸ ਆਪਣੇ ਕੋਲ ਕੰਸੀਡਰ ਕੀਤੇ ਜਾਂਦੇ ਆ 118। ਠੀਕ ਹੈ, ਜਿਹੜਾ ਪੀਰੀਓਡਿਕ ਟੇਬਲ ਹੁੰਦਾ ਨਾ, ਉਹਦੇ ਬਾਰੇ ਤਾਂ ਸੁਣਿਆ ਹੀ ਹੋਣਾ ਤੁਸੀਂ। ਤਾਂ ਪੀਰੀਓਡਿਕ ਟੇਬਲ ਦੇ ਵਿੱਚ 118 ਕੰਸੀਡਰ ਕੀਤੇ ਜਾਂਦੇ ਆ। ਤਾਂ ਉਹਨੂੰ 3 ਪਾਰਟਸ ਦੇ ਵਿੱਚੋਂ ਅੱਗੋਂ ਵੰਡਿਆ ਹੋਇਆ। ਠੀਕ ਹੈ, ਕਿੰਨੇ ਪਾਰਟਸ ਦੇ ਵਿੱਚ ਵੰਡਿਆ ਹੋਇਆ? 3 ਪਾਰਟਸ ਦੇ ਵਿੱਚ ਵੰਡਿਆ ਹੋਇਆ। ਹੁਣ ਕਿਹੜੇ ਕਿਹੜੇ ਉਹ ਪਾਰਟ ਹੈਗੇ ਆ? ਇੱਕ ਤਾਂ ਹੈਗਾ ਆਪਣੇ ਕੋਲ ਮੈਟਲ। ਠੀਕ ਹੈ, ਫਸਟ ਪਾਰਟ ਹੈਗਾ ਆਪਣੇ ਕੋਲੇ ਮੈਟਲ ਤੇ ਸੈਕਿੰਡ ਪਾਰਟ ਆਪਣੇ ਕੋਲ ਹੈਗਾ ਨੋਨ ਮੈਟਲ ਤੇ ਥਰਡ ਆਪਾਂ ਜਿਨ੍ਹਾਂ ਦੀ ਬਸ ਤੁਹਾਨੂੰ ਵੈਸੇ ਡਿਟੇਲ ਦੱਸ ਦੇਣਾ ਛੋਟੀ ਜੀ, ਪਰ ਉਹਨਾਂ 'ਚ ਬਹੁਤ ਵਧੀਆ ਗੱਲ ਦੱਸੂਗਾ, ਪਰ ਉਹ ਆਪਾਂ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਪੜਨਾ। ਠੀਕ ਹੈ, ਉਹਨਾਂ ਨੂੰ ਕਹਿੰਦੇ ਮੈਟਾਲੋਇਡਸ। ਨੰਬਰ 3 ਦੇ ਹੈਗੇ ਮੈਟਾਲੋਇਡਸ। ਹੁਣ ਮੈਟਲ ਤੇ ਨੋਨ ਮੈਟਲ ਤਾਂ ਆਪਣਾ ਚੈਪਟਰ ਹੀ ਹੈ, ਇਹਨੂੰ ਤਾਂ ਆਪਾਂ ਚੰਗੀ ਤਰ੍ਹਾਂ ਪੜਾਂਗੇ। ਪਰ ਪਹਿਲਾਂ 118 ਐਲੀਮੈਂਟਸ ਜਿਹੜੇ 3 ਪਾਰਟਸ ਦੇ ਵਿੱਚ ਵੰਡੇ ਹੋਏ ਆ, ਉਹਨਾਂ 3 ਪਾਰਟਸ ਦੇ ਵਿੱਚੋਂ ਤੀਜੇ ਬਾਰੇ ਥੋੜੀ ਜਿਹੀ ਗੱਲ ਕਰ ਲਈਏ। ਇਹਨਾਂ ਨੂੰ ਜਿੰਨੇ ਵੀ ਦੱਸੂਗਾ ਨਾ, ਕਈ ਜਗ੍ਹਾ ਤੇ ਘੱਟ ਦੱਸੇ ਹੋਏ, ਕਈ ਜਗ੍ਹਾ ਤੇ ਵੱਧ ਦੱਸੇ ਹੋਏ, ਪਰ ਮੈਂ ਅਪਰੋਕਸ ਜਿਹੜੀ ਜ਼ਿਆਦਾ ਐਵਰੇਜ ਵਾਲੇ ਦੱਸੇ ਹੋਏ ਆ ਉਹਨਾਂ ਬਾਰੇ ਗੱਲ ਕਰਾਂਗੇ। ਮੈਟਲ ਨੀਅਰ ਅਬਾਊਟ 90 ਤੋਂ 92 ਜਿਹੜੇ ਐਡ ਕੀਤੇ ਗਏ ਆ। ਠੀਕ ਹੈ, ਨੋਨ ਮੈਟਲ ਜਿਹੜੇ ਗੱਲ ਕੀਤੀ ਗਈ ਹੈ ਉਹਨਾਂ ਦੀ 20 ਦੇ ਅਪਰੋਕਸ 20 ਹੈ, ਕਈ ਜਗ੍ਹਾ ਤੇ 22 ਹੈ। ਠੀਕ ਹੈ, ਤੇ ਮੈਟਾਲੋਇਡਸ ਹੈਗੇ ਆਪਣੇ ਕੋਲ 6। ਹੁਣ ਪਹਿਲਾਂ ਮੈਟਾਲੋਇਡਸ ਬਾਰੇ ਦੱਸ ਦਿੰਦਾ। ਮੈਟਾਲੋਇਡਸ ਕਿਹੜੇ ਕਿਹੜੇ ਆ ਇਹਨਾਂ ਵਿੱਚੋਂ? ਤਾਂ ਮੈਟਾਲੋਇਡਸ ਆਪਣੇ ਕੋਲ ਹੈਗੇ ਆ, ਇਹਦੇ ਵਿੱਚੋਂ ਚਲੋ ਲਿਖ ਹੀ ਦਿੰਦਾ ਮੈਂ। ਠੀਕ ਹੈ, ਐਂਟੀਮੋਨੀ ਇਹ ਹੈ ਕਿ ਇਹਨਾਂ ਬਾਰੇ ਦੱਸੂਗਾ ਮੈਂ। ਇਹਨਾਂ ਨੂੰ ਮੈਟਾਲੋਇਡਸ ਕਿਉਂ ਕਹਿੰਦੇ ਆ ਇਹ ਵੀ ਦੱਸੂਗਾ। ਠੀਕ ਹੈ, ਪਹਿਲਾਂ ਲਿਖ ਲਓ ਕਿਹੜੇ ਕਿਹੜੇ ਆਪਣੇ ਕੋਲੇ। ਇਹਨਾਂ ਨੂੰ ਯਾਦ ਨਹੀਂ ਕਰਨ ਦੀ ਲੋੜ। ਠੀਕ ਹੈ, ਬਸ ਥੋੜਾ ਜਿਹਾ ਦਿਮਾਗ 'ਚ ਰੱਖਣਾ। ਐਵੇਂ ਨਾ ਰੱਟਾ ਲਾਉਣ ਲੱਗ ਜਾਓ ਕਿ ਸਰ ਸਾਨੂੰ ਤਾਂ 6 ਸੀਗੇ, 6 'ਚੋਂ ਇੱਕ ਵੀ ਨਹੀਂ ਯਾਦ ਹੋਇਆਗਾ। ਬਸ ਮੈਂ ਤਾਂ ਲਿਖੀ ਜਾਂਦਾ ਤਾਂ ਜੋ ਤੁਸੀਂ ਨੋਟਸ ਬਣਾ ਲਓ ਤੇ ਵਿੱਚ ਕਈ ਵਾਰੀ ਜਦੋਂ ਐਗਜ਼ਾਮ ਦੇ ਨੇੜੇ ਰੀਡਿੰਗ ਮਾਰ ਕੇ ਚਲੇ ਜਾਓ। ਬਸ ਹੋਰ ਕੁਝ ਨਹੀਂ ਕਰਨਾ। ਇਹਨਾਂ ਨੂੰ ਰੱਟਾ ਤਾਂ ਮਾਰਨਾ ਨਹੀਂ, ਕਿਉਂਕਿ ਆਪਣਾ ਚੈਪਟਰ ਹੀ ਮੈਟਲ ਤੇ ਨੋਨ ਮੈਟਲ ਹੈ। ਕਈ ਵਾਰੀ ਕੀ ਹੁੰਦਾ ਇਹਨਾਂ ਵਿੱਚੋਂ ਥੋੜਾ ਬਹੁਤ ਇੱਕ ਅੱਧਾ ਕੁਐਸਚਨ ਜੇ ਘੁਮਾ ਕੇ ਪੁੱਛਿਆ ਜਾਵੇ ਤਾਂ ਪੁੱਛਿਆ ਜਾਵੇ, ਅਦਰਵਾਈਜ਼ ਨਹੀਂ। ਠੀਕ ਹੈ, ਐਵੇਂ ਨਾ ਕਿਉਂਕਿ ਸਰ ਨੇ ਕਰਾਤੇ। ਮੈਂ ਤਾਂ ਦੱਸਿਆ ਕਿ ਚਲੋ ਡਿਟੇਲ ਦੱਸ ਦਿੰਦਾ। ਕਈ ਵਾਰੀ ਕੀ ਹੈ, ਸ਼ਾਇਦ ਬਾਈ ਚਾਂਸ ਆਰਸੈਨਿਕ। ਉਸ ਤੋਂ ਬਾਅਦ ਆਪਣੇ ਕੋਲ ਕੀ ਹੈ, ਬੋਰੋਨ। ਜੇ ਪੁੱਛਿਆ ਗਿਆ ਨਾ, ਹੁਣ ਜਿਹੜਾ ਲਿਖਾਉਣ ਲੱਗਿਆ ਉਹਦੇ ਬਾਰੇ ਪੁੱਛਿਆ ਜਾ ਸਕਦਾ ਕੁਐਸਚਨ। ਜਿਹੜਾ ਹੁਣ ਲਿਖਾਉਂਗਾ ਨਾ 5ਵੇਂ ਨੰਬਰ ਤੇ, ਉਹਦੇ ਬਾਰੇ ਕੋਈ ਨਾ ਕੋਈ ਕੁਐਸਚਨ ਪੁੱਛਿਆ ਜਾਂਦਾ। ਉਹ ਹੈਗਾ ਸਿਲੀਕੋਨ। ਸਿਲੀਕੋਨ ਬਸ ਇਹ ਪੁੱਛ ਸਕਦੇ ਆ ਕਿ ਹੇਠ ਲਿਖਿਆਂ ਵਿੱਚੋਂ ਸਿਲੀਕੋਨ ਕੀ ਹੈ। ਤਾਂ ਤੁਸੀਂ ਇਹਨਾਂ ਵਿੱਚੋਂ ਧਾਤ, ਅਧਾਤ, ਮੈਟਾਲੋਇਡਸ ਕੁਛ ਵੀ ਹੈ ਤਾਂ ਮੈਟਾਲੋਇਡਸ ਆਪਣਾ ਰਾਈਟ ਆਨਸਰ ਆ ਜਾਊਗਾ। ਠੀਕ ਹੈ, ਹੁਣ ਇੱਕ ਹੋਰ ਚੀਜ਼ ਦੱਸੂਗਾ ਇਹਦੇ ਬਾਰੇ, ਬਸ ਆ ਲਾਸਟ ਤਾਂ ਲਿਖ ਲਓ, ਪੋਲੀਨੀਅਮ। ਹੁਣ ਦੇਖੋ 6 ਤਾਂ ਤੁਹਾਨੂੰ ਮੈਂ ਲਿਖਾਤੇ। ਹੁਣ ਜਿਹੜੇ ਇਹਨਾਂ ਨੂੰ ਇੱਕ ਹੋਰ ਨਾਮ ਨਾਲ ਜਾਣਿਆ ਜਾਂਦਾ, ਪਰ ਇਹਨਾਂ ਨੂੰ ਪਹਿਲਾਂ ਕਹਿੰਦੇ ਕੀ ਨੇ, ਡੈਫੀਨੇਸ਼ਨ ਕੀ ਲਿਖਾਂਗੇ ਆਪਾਂ ਕਿ ਇਹਨਾਂ ਦੀ ਪ੍ਰੋਪਰਟੀ ਕੀ ਹੁੰਦੀ ਹੈ। ਠੀਕ ਹੈ, ਇਹਨਾਂ ਨੂੰ ਮੈਟਲ 'ਚ ਕੰਸੀਡਰ ਕਰਦੇ ਆ ਕਿ ਨੋਨ ਮੈਟਲ 'ਚ। ਹੁਣ ਜੇ ਨੋਨ ਮੈਟਲ 'ਚ ਕਰਦੇ ਤਾਂ ਆਪਾਂ ਨੋਨ ਮੈਟਲ 'ਚ ਲਿਖਦੇ, ਜੇ ਮੈਟਲ 'ਚ ਕਰਦੇ ਤਾਂ ਮੈਟਲ ਦੇ ਵਿੱਚ ਕਰਦੇ। ਤਾਂ ਮੈਟਾਲੋਇਡਸ ਕਿਉਂ ਲਿਖਿਆ? ਇਹ ਕੀ ਹੈ, ਇਹ ਕੁਛ ਕੁ ਤਾਂ ਮੈਟਲ ਨਾਲ ਮੇਲ ਖਾਂਦੇ ਹੁੰਦੇ ਆ ਤੇ ਕੁਛ ਕੁ ਨੋਨ ਮੈਟਲ ਨਾਲ, ਜੇ ਇਹਨਾਂ ਦੀ ਪ੍ਰੋਪਰਟੀ ਪੁੱਛ ਲੈਣ ਤਾਂ। ਠੀਕ ਹੈ, ਕੁਛ ਕੁ ਮੈਟਲ ਨਾਲ ਮੇਲ ਖਾਂਦੇ, ਕੁਛ ਕੁ ਨੋਨ ਮੈਟਲ ਨਾਲ। ਹੁਣ ਇਹਨਾਂ ਦਾ ਇੱਕ ਖਾਸ ਨਾਮ ਹੈ, ਕੀ ਕਹਿੰਦੇ ਇਹਨਾਂ ਨੂੰ? ਸੈਮੀ ਮੈਟਲ। ਸੈਮੀ ਮੈਟਲਸ। ਬਸ ਆ ਯਾਦ ਰੱਖਣਾ ਤੁਸੀਂ ਕਿ ਮੈਟਾਲੋਇਡਸ ਨੂੰ ਹੋਰ ਕਿਹੜਾ ਨਾਮ ਨਾਲ ਜਾਣਿਆ ਜਾਂਦਾ, ਤਾਂ ਉਹ ਹੈ ਸੈਮੀ ਮੈਟਲਸ। ਠੀਕ ਹੈ, ਇੰਨਾ ਯਾਦ ਰੱਖ, ਇੰਨਾ ਕੀ ਯਾਦ ਰੱਖਣਾ ਬਸ ਕਿ ਮੈਟਾਲੋਇਡਸ ਹੁੰਦੀ ਹੈ ਜਿਨ੍ਹਾਂ ਦੀ ਮੈਟਲ ਤੇ ਨੋਨ ਮੈਟਲ ਵਾਂਗੂ ਪ੍ਰੋਪਰਟੀ ਹੁੰਦੀ ਹੈ। ਤੇ ਇਹਨਾਂ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ? ਇਹਨਾਂ ਨੂੰ ਜਾਣਿਆ ਜਾਂਦਾ
ਸੈਮੀ ਮੈਟਲ ਦੇ ਨਾਮ ਨਾਲ, ਠੀਕ ਹੈ, ਮੈਟਲੋਇਡਸ ਕਹਿੰਦੇ ਆ ਇਹਨਾਂ ਨੂੰ। ਹੁਣ ਚਲਦੇ ਆਪਾਂ ਅੱਗੋਂ। ਹੁਣ ਇੱਕ ਚੀਜ਼ ਹੋਰ ਯਾਦ ਰੱਖਿਓ, ਜਿੰਨੇ ਵੀ ਐਲੀਮੈਂਟ ਹੈ ਨਾ, ਜਿੰਨੇ ਵੀ ਐਲੀਮੈਂਟ ਹੈ ਇਹ ਐਟਮ ਦੇ ਬਣਦੇ ਆ। ਕਿਹੜੇ ਐਟਮ ਦੇ ਬਣਦੇ ਆ? ਆਪਦੇ ਐਟਮ ਦੇ ਬਣਦੇ। ਜੇ ਮੰਨ ਲਓ ਆਪਣੇ ਕੋਲ ਹੈਗਾ ਕਾਰਬਨ ਹੈ, ਠੀਕ ਹੈ, ਕਾਰਬਨ ਐਲੀਮੈਂਟ ਹੈ ਆਪਣੇ ਕੋਲੇ, ਤੇ ਕਾਰਬਨ ਕਿਹੜੇ ਐਟਮ ਦਾ ਬਣੂਗਾ? ਉਹ ਆਪਦੇ ਕਾਰਬਨ ਐਲੀਮੈਂਟ ਦਾ ਹੀ ਬਣੂਗਾ, ਠੀਕ ਹੈ। ਇਹ ਨਹੀਂ ਕਿ ਉਹ ਪਾਣੀ ਤੋਂ ਬਣਾ ਕੇ ਕਾਰਬਨ ਬਣਾ ਲਾਂਗੇ, ਨਹੀਂ, ਕਾਰਬਨ ਆਪਦੇ ਐਲੀਮੈਂਟ ਦਾ ਹੀ ਬਣੂਗਾ ਸਿਰਫ। ਹੁਣ ਚਲਦੇ ਆਪਾਂ ਇਹਨਾਂ ਦੀ ਫਿਜ਼ੀਕਲ ਸਟੇਟ, ਫਿਜ਼ੀਕਲ ਪ੍ਰੋਪਰਟੀ ਤੇ ਚਲਦੇ ਆ, ਮੈਟਲ ਤੇ ਨੋਨ ਮੈਟਲ ਦੀ ਫਿਜ਼ੀਕਲ ਪ੍ਰੋਪਰਟੀ ਕਿਸ ਤਰ੍ਹਾਂ ਦੀ ਹੈ ਇਹਨਾਂ ਦੀ, ਠੀਕ ਹੈ। ਹੁਣ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀ ਗੱਲ ਕਰਾਂਗੇ ਫਿਜ਼ੀਕਲ ਸਟੇਟ ਦੀ। ਧਿਆਨ ਨਾਲ ਸਮਝੀ ਚੱਲਿਓ, ਮੈਂ ਬਿਲਕੁਲ ਹੀ ਸੌਖੇ ਤਰੀਕੇ ਨਾਲ ਸਮਝਾਉਂਗਾ। ਫਿਜ਼ੀਕਲ ਸਟੇਟ, ਹੁਣ ਫਿਜ਼ੀਕਲ ਸਟੇਟ ਹੁੰਦੀ ਕੀ ਹੈ, ਠੀਕ ਹੈ। ਫਿਜ਼ੀਕਲ ਸਟੇਟ ਕੀ ਹੁੰਦੀ ਹੈ ਆਪਣੇ ਕੋਲੇ? ਫਿਜ਼ੀਕਲ ਸਟੇਟ ਹੁੰਦੀ ਹੈ ਕਿ ਕਿਸ ਤਰ੍ਹਾਂ ਦੇ ਹੁੰਦੇ ਆ। ਹੁਣ ਜੇ ਤੁਹਾਨੂੰ ਕੋਈ ਨਾਮ ਲਊਗਾ ਮੈਟਲ, ਮੈਟਲ ਨਾਮ ਸੁਣਦੇ ਹੀ ਤੁਹਾਨੂੰ ਐ ਲੱਗੂਗਾ ਕਿ ਯਾਰ ਇਹ ਤਾਂ ਕੋਈ ਹਾਰਡ ਜਿਹੀ ਚੀਜ਼ ਹੋਊਗੀ, ਤੇ ਜੇ ਕੋਈ ਨਾਮ ਲਊਗਾ ਨੋਨ ਮੈਟਲ ਤਾਂ ਤੁਹਾਨੂੰ ਇਹ ਲੱਗੂਗਾ ਕਿ ਇਹ ਕੋਈ ਸੌਫਟ ਜਿਹੀ ਚੀਜ਼ ਹੋਊਗੀ ਜਾਂ ਲਿਕੁਇਡ ਚੀਜ਼ ਹੋਊਗੀ, ਠੀਕ ਹੈ। ਤਾਂ ਤੁਸੀਂ ਆਪਣੀ ਜਗ੍ਹਾ ਤੇ ਠੀਕ ਹੋ। ਹੁਣ ਇਹਦੇ ਚ ਕੀ ਹੈ, ਮੈਟਲ ਕੀ ਹੁੰਦੇ ਆ ਫਿਜ਼ੀਕਲ ਸਟੇਟ ਦੇ ਵਿੱਚ? ਮੈਟਲ ਹੁੰਦੇ ਆ ਜਨਰਲੀ, ਇਹ ਹਰ ਇੱਕ ਚੀਜ਼ ਨਾਲ ਯੂਜ਼ ਹੋਊਗਾ ਜਨਰਲੀ। ਕਿਉਂ? ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ 100% ਆਪਾਂ ਸੌ ਲੈ ਹੀ ਨਹੀਂ ਸਕਦੇ ਇਹਨਾਂ ਦੀ, ਕਿ ਇਹਨਾਂ ਨੂੰ ਆਪਾਂ 100% ਕਿਸੇ ਵੀ ਚੀਜ਼ 'ਚ ਕੰਸੀਡਰ ਕਰ ਲਈਏ, ਠੀਕ ਹੈ। 100% ਕਿਸੇ ਦੀ ਸੌ ਨਹੀਂ ਲੈ ਸਕਦੇ, ਕਿਉਂਕਿ ਕੈਮਿਸਟਰੀ ਕਰੋਗੇ ਤਾਂ ਐਕਸੈਪਸ਼ਨ ਹੈ ਜਿਹੜੀਆਂ, ਠੀਕ ਹੈ, ਉਹ ਤੁਹਾਨੂੰ ਮਿਲਣੀਆਂ ਹੀ ਮਿਲਣੀਆਂ। ਐਕਸੈਪਸ਼ਨ ਦਾ ਮਤਲਬ ਇਹ ਹੈ ਕਿ ਕੋਈ ਨਾ ਕੋਈ ਚੀਜ਼ ਇਹੋ ਜਿਹੀ ਜ਼ਰੂਰ ਹੋਊਗੀ। ਜੇ ਆਪਾਂ ਮੈਟਲ ਨੂੰ ਕਵਾਂਗੇ ਸੋਲਿਡ, ਤਾਂ ਕੋਈ ਨਾ ਕੋਈ ਮੈਟਲ ਇਹੋ ਜਿਹਾ ਜ਼ਰੂਰ ਨਿਕਲਿਆ ਹੋਊਗਾ ਜਿਹੜਾ ਲਿਕੁਇਡ ਹੋ ਸਕਦਾ ਜਾਂ ਜਿਹੜਾ ਗੈਸ ਹੋ ਸਕਦਾ। ਐਗਜ਼ਾਮਪਲ ਦੇ ਰਿਹਾ। ਹੁਣ ਜਨਰਲੀ ਮੈਟਲ ਕੀ ਹੁੰਦੇ ਆ? ਐਗਜ਼ਿਸਟ ਇਨ ਸੋਲਿਡ ਸਟੇਟ। ਜੇ ਤੁਹਾਨੂੰ ਕੀ ਪੁੱਛ ਲੈ ਨਾਰਮਲੀ ਮੈਟਲ ਕਿਹੜੇ ਹੁੰਦੇ ਤੇ ਸੋਲਿਡ ਸਟੇਟ ਹੁੰਦੀ, ਠੀਕ ਹੈ। ਜਨਰਲੀ ਨਾਰਮਲ 90 ਤੋਂ 95%, ਠੀਕ ਹੈ। ਪਰ ਹੁਣ ਆਪਾਂ ਐਕਸੈਪਸ਼ਨ ਤੇ ਚੱਲਦੇ ਹਾਂ ਕਿ ਕਿਹੜਾ ਮੈਟਲ ਹੈ ਜਿਹੜਾ ਕਹਿ ਲਓ ਸੋਲਿਡ ਨਹੀਂ ਹੁੰਦਾ। ਐਕਸੈਪਸ਼ਨ ਕਿਹੜਾ ਹੁੰਦਾ? ਉਹ ਹੁੰਦਾ ਆਪਣੇ ਕੋਲੇ Hg, ਉਹਨੂੰ ਕਹਿ ਦਿੰਦੇ ਆ ਮਰਕਰੀ, ਠੀਕ ਹੈ, ਮਰਕਰੀ ਕਹਿ ਦਿੰਦੇ ਆ ਉਹਨੂੰ। ਕਲੀਅਰ? ਮਰਕਰੀ ਕਿਹੜਾ ਹੁੰਦਾ? ਜਿਹੜਾ ਥਰਮਾਮੀਟਰ ਦੇ ਅੰਦਰ ਹੁੰਦਾ, ਠੀਕ ਹੈ। ਇਹ ਕਿਹੜੀ ਸਟੇਟ ਚ ਪਾਇਆ ਜਾਂਦਾ? ਇਹ ਪਾਇਆ ਜਾਂਦਾ ਲਿਕੁਇਡ ਸਟੇਟ ਦੇ ਵਿੱਚ। ਤੁਹਾਨੂੰ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਮੈਟਲ, ਕਿਹੜੀ ਧਾਤ ਹੈ ਜਿਹੜੀ ਉਹ ਰੂਮ ਟੈਂਪਰੇਚਰ ਤੇ, ਠੀਕ ਹੈ, ਰੂਮ ਟੈਂਪਰੇਚਰ ਤੇ ਲਿਕੁਇਡ ਸਟੇਟ ਵਿੱਚ ਹੈ, ਤਰਲ ਅਵਸਥਾ ਦੇ ਵਿੱਚ ਹੈਗੀ ਹੈ, ਤਾਂ ਉਹ ਆਪਣਾ ਰਾਈਟ ਆਨਸਰ ਕੀ ਆਊਗਾ? ਮਰਕਰੀ। ਕਲੀਅਰ ਹੈ ਨਾ ਹੁਣ? ਠੀਕ ਹੈ। ਇਹਦੇ ਵਿੱਚ ਸਿਰਫ ਦੋ ਹੋਰ ਐਡ ਕਰ ਲਿਓ। ਇੱਕ ਹੈਗਾ Ga ਗੈਲੀਅਮ, ਠੀਕ ਹੈ, ਪੰਜਾਬੀ ਚ ਲਿਖ ਦਿੰਦਾ। ਤੇ ਉਸ ਤੋਂ ਬਾਅਦ ਕੀ ਹੈ ਆਪਣੇ ਕੋਲ? Cs ਸੀਜ਼ੀਅਮ। ਇਹ ਲਿਕੁਇਡ ਸਟੇਟ ਵਾਲੇ ਆਪਣੇ ਕੋਲ। ਇਹ ਕਿੰਨੇ ਤੇ? ਆਪਣੇ ਕੋਲ 30 ਡਿਗਰੀ ਤੇ, ਇਹ ਹੈਗਾ ਆਪਣੇ ਕੋਲ 28.5 ਡਿਗਰੀ ਤੇ। ਬਸ ਇੰਨਾ ਕੁਛ ਤਾਂ ਯਾਦ ਰੱਖਣ ਦੀ ਲੋੜ ਹੀ ਨਹੀਂ, ਇੰਨਾ ਕੁਛ ਨਾ ਯਾਦ ਰੱਖੋ। ਇਹ ਸਿਰਫ ਐਕਸੈਪਸ਼ਨ ਹੈ, ਤੇ ਇਹਨਾਂ ਵਿੱਚੋਂ ਜਿਹੜੀ ਐਕਸੈਪਸ਼ਨ ਇੰਪੋਰਟੈਂਟ ਹੈ ਉਹ ਇਹ ਵਾਲੀ ਹੈਗੀ ਹੈ, ਮਰਕਰੀ। ਗੈਲੀਅਮ ਤੇ ਸੀਜ਼ੀਅਮ ਤੁਸੀਂ ਬਸ ਉਹੀ ਯਾਦ ਰੱਖਣੀ ਹੈ ਜਦੋਂ ਰੀਡਿੰਗ ਮਾਰਨੀ ਹੈ, ਠੀਕ ਹੈ। ਹੁਣ ਚੱਲਦੇ ਹਾਂ ਆਪਾਂ। ਇਹ ਸੀਗੀ ਫਿਜ਼ੀਕਲ ਸਟੇਟ ਮੈਟਲ ਦੀ। ਦੁਬਾਰਾ ਫਿਰ ਸੁਣ ਲਓ, ਮੈਟਲ ਹੁੰਦੇ ਆ ਜਿਹੜੇ ਉਹ ਜਨਰਲੀ ਪਾਏ ਜਾਂਦੇ ਆ ਸੋਲਿਡ ਸਟੇਟ ਦੇ ਵਿੱਚ, ਠੀਕ ਹੈ। ਤੇ ਜੇਕਰ ਐਕਸੈਪਸ਼ਨ ਦੀ ਗੱਲ ਕਰੀਏ ਤਾਂ Hg ਮਰਕਰੀ ਹੈ ਜਿਹੜਾ ਰੂਮ ਟੈਂਪਰੇਚਰ ਤੇ ਲਿਕੁਇਡ ਸਟੇਟ ਦੇ ਵਿੱਚ ਪਾਇਆ ਜਾਂਦਾ, ਥਰਮਾਮੀਟਰ ਦੇ ਅੰਦਰ ਹੁੰਦਾ ਜਿਹੜਾ। Ga ਤੇ Cs, ਗੈਲੀਅਮ ਤੇ ਸੀਜ਼ੀਅਮ ਵੀ ਇਹਦੇ ਵਿੱਚੋਂ ਲਿਕੁਇਡ ਸਟੇਟ ਵਾਲਾ ਹੀ ਆਪਣੇ ਕੋਲ। ਹੁਣ ਚੱਲਦੇ, ਬਾਕੀ ਸਾਰੇ ਆਪਣੇ ਕੋਲ ਸੋਲਿਡ ਸਟੇਟ। ਚਲੋ ਹੁਣ ਚੱਲਦੇ ਹਾਂ ਅੱਗੇ। ਹੁਣ ਆ ਗਏ ਨੋਨ ਮੈਟਲ। ਇਹ ਆਪਾਂ ਗੱਲ ਕਰ ਰਹੇ ਹਾਂ ਫਿਜ਼ੀਕਲ ਸਟੇਟ ਦੀ। ਤੇ ਹੁਣ ਨੋਨ ਮੈਟਲ ਜਨਰਲੀ ਕਿਹੜੀ ਸਟੇਟ ਦੇ ਵਿੱਚ ਮਿਲਦੇ ਆ ਆਪਾਂ ਨੂੰ? ਨੋਨ ਮੈਟਲ ਜਨਰਲੀ ਮਿਲਦੇ ਆ, ਵੈਸੇ ਨੋਨ ਮੈਟਲ ਮਿਲਦੇ ਆ ਆਪਾਂ ਨੂੰ ਸੋਲਿਡ, ਠੀਕ ਹੈ, ਸੋਲਿਡ ਵੀ ਮਿਲਦੇ ਆ। ਉਸ ਤੋਂ ਬਾਅਦ ਕੀ ਹੈ ਆਪਣੇ ਕੋਲੇ? ਗੈਸੀਅਸ ਸਟੇਟ ਦੇ ਵਿੱਚ ਵੀ ਮਿਲਦੇ ਆ, ਠੀਕ ਹੈ। ਸੋਲਿਡ ਵੀ ਹੁੰਦੇ ਆ ਤੇ ਗੈਸ ਦੀ ਫਾਰਮ ਦੇ ਵਿੱਚ ਵੀ ਮਿਲਦੇ, ਜਿਵੇਂ CO2 ਹੋ ਗਿਆ, ਠੀਕ ਹੈ, O2 ਹੋ ਗਿਆ ਆਪਣੇ ਕੋਲੇ। ਇਹ ਸਾਰੇ ਆਪਾਂ ਨੂੰ ਗੈਸ ਸਟੇਟ ਦੇ ਵਿੱਚ ਮਿਲਦੇ ਆ, ਜਿੰਨੇ ਵੀ ਆਪਣੇ ਕੋਲ ਐਗਜ਼ਿਸਟ ਕਰਦੀਆਂ ਗੈਸਿਸ। ਤੇ ਹੁਣ ਐਕਸੈਪਸ਼ਨ ਇਹਦੇ ਵਿੱਚ ਵੀ ਹੈਗੀ ਹੈ। ਐਕਸੈਪਸ਼ਨ ਕੀ ਹੈ ਕਿ ਕਿਹੜਾ ਇਹੋ ਜਿਹਾ ਨੋਨ ਮੈਟਲ ਹੈ ਜਿਹੜਿਆਂ ਦੀ, ਹੁਣ ਐਕਸੈਪਸ਼ਨ ਨੂੰ ਤੁਸੀਂ ਪਤਾ ਕੀ ਲੈ ਕੇ ਚੱਲੋ, ਜਿਹੜਿਆਂ ਨੂੰ ਨਹੀਂ ਬੱਚਿਆਂ ਨੂੰ ਸਮਝ ਆ ਰਹੀ ਕਿ ਐਕਸੈਪਸ਼ਨ ਕਿਉਂ ਸਰ ਕਿਹੜੀ ਚੀਜ਼ ਨੂੰ ਐਡ ਕਰੀ ਜਾਂਦੇ ਆ, ਇਹ ਸਮਝ ਲਓ ਕਿ ਜਿਵੇਂ ਹੁਣ ਮੈਟਲ ਮੰਨ ਲਓ ਕਿ ਆਪਣੇ ਸਾਰੇ ਫੈਮਿਲੀ ਮੈਂਬਰ ਹੈ,
ਰਿਸ਼ਤੇਦਾਰ ਹੈ, ਠੀਕ ਹੈ, ਸਾਰੇ ਰਿਸ਼ਤੇਦਾਰ ਹੈ, ਕੋਈ ਨਾ ਕੋਈ ਇੱਕ ਰਿਸ਼ਤੇਦਾਰ ਜਾਂ ਦੋ ਰਿਸ਼ਤੇਦਾਰ ਇਹੋ ਜਿਹੇ ਹੋਣਗੇ, ਇਹੋ ਜਿਹੇ ਉਹ ਹੋਣਗੇ ਜਿਨ੍ਹਾਂ ਦੀ ਤੁਹਾਡੇ ਨਾਲ ਨਹੀਂ ਬਣਦੀ, ਠੀਕ ਹੈ, ਤਾਂ ਉਹਨਾਂ ਨੂੰ ਤੁਸੀਂ ਮੰਨ ਕੇ ਚੱਲਣਾ ਐਕਸੈਪਸ਼ਨ ਦੇ ਵਿੱਚ। ਉਵੇਂ ਮੈਟਲ ਦੇ ਵਿੱਚੋਂ ਕੁਝ ਕੁ ਮੈਟਲ ਦੀ ਆਪਸ ਦੇ ਵਿੱਚ ਨਹੀਂ ਬਣਦੀ, ਉਹ ਹੈਗੀ ਹੈ Hg, ਠੀਕ ਹੈ, ਉਸ ਤੋਂ ਬਾਅਦ ਗੈਲੀਅਮ ਤੇ ਸੀਜ਼ੀਅਮ, ਠੀਕ ਹੈ, ਤੇ ਉਵੇਂ ਇਹਦੇ ਵਿੱਚ ਐਕਸੈਪਸ਼ਨ ਇੱਕ ਆਊਗਾ, ਮੋਸਟ ਇੰਪੋਰਟੈਂਟ ਹੈ, ਠੀਕ ਹੈ, Br। Br ਜਿਹੜਾ ਹੈਗਾ ਬ੍ਰੋਮੀਨ ਜਿਹਨੂੰ ਕਹਿ ਦਿੰਦੇ ਆ, ਠੀਕ ਹੈ, ਬ੍ਰੋਮੀਨ। ਜਿਹੜਾ ਬ੍ਰੋਮੀਨ ਨੋਨ ਮੈਟਲ ਹੈ ਉਹ ਲਿਕੁਇਡ ਸਟੇਟ ਦੇ ਵਿੱਚ ਮਿਲੂਗਾ, ਠੀਕ ਹੈ, ਇਹ ਲਿਕੁਇਡ ਸਟੇਟ ਦੇ ਵਿੱਚ ਮਿਲੂਗਾ ਇਕੱਲਾ ਹੀ ਲਿਕੁਇਡ ਸਟੇਟ। ਨੋਨ ਮੈਟਲ ਬਾਕੀ ਸਾਰਿਆਂ ਦੀ ਆਪਸ ਚ ਬਣਦੀ ਹੈ, ਉਹ ਕੁਛ ਕੁ ਕਹਿੰਦੇ ਅਸੀਂ ਤਾਂ ਜੀ ਸੋਲਿਡ ਵਾਲੇ ਪਾਸੇ ਵਧੀਆ ਹੈ, ਮਸਤ ਹੈ, ਗੈਸੀਅਸ ਚ ਹੈਗੇ, ਕੁਛ ਕਹਿੰਦੇ ਅਸੀਂ ਸਾਰੇ ਹੀ ਵਧੀਆ, ਸਿਰਫ ਇੱਕ ਲਿਕੁਇਡ ਚ ਤੁਰਿਆ ਫਿਰਦਾ, ਉਹ ਹੈਗਾ ਬ੍ਰੋਮੀਨ, ਠੀਕ ਹੈ, Br ਜਿਹਨੂੰ ਕਹਿ ਦਿੰਦੇ ਆ। ਇਹ ਨੋਨ ਮੈਟਲ ਇਕੱਲਾ ਇਹੋ ਜਿਹਾ ਜਿਹੜਾ ਲਿਕੁਇਡ ਚ ਤੁਰਿਆ ਫਿਰਦਾ, ਠੀਕ ਹੈ। ਹੁਣ ਚਲਦੇ ਹਾਂ ਅੱਗੇ, ਇਹ ਸੀ ਫਿਜ਼ੀਕਲ ਸਟੇਟ ਇਹਨਾਂ ਦੀ। ਹੁਣ ਚਲਦੇ ਹਾਂ ਅੱਗੇ, ਫਿਜ਼ੀਕਲ ਸਟੇਟ ਤੋਂ ਬਾਅਦ ਨੰਬਰ 2 ਤੇ ਆਪਣੇ ਕੋਲ ਆ ਗਿਆ ਲਸਚਰ। ਠੀਕ ਹੈ, ਲਸਚਰ ਕੀ ਹੁੰਦਾ? ਚਮਕੀਲਾਪਨ, ਚਮਕੀਲਾਪਨ। ਠੀਕ ਹੈ, ਲਸਚਰ ਕੀ ਹੁੰਦਾ ਆਪਣੇ ਕੋਲੇ? ਚਮਕੀਲਾਪਨ ਹੁੰਦਾ। ਪਹਿਲਾਂ ਆਪਾਂ ਗੱਲ ਕਰਾਂਗੇ ਮੈਟਲ ਦੀ। ਚਲੋ, ਮੈਟਲ ਦੇ ਵਿੱਚ ਕੀ ਹੈ? ਇਹਨਾਂ ਦੀ ਕੀ ਹੁੰਦੀ ਹੈ? ਸ਼ਾਈਨਿੰਗ ਸਰਫੇਸ ਹੁੰਦੀ ਹੈ, ਸ਼ਾਈਨਿੰਗ ਸਰਫੇਸ ਹੁੰਦੀ ਹੈ ਮੈਟਲ ਦੀ। ਕਿ ਮਤਲਬ ਕਹਿ ਲਓ ਸਿੱਧਾ ਪੰਜਾਬੀ ਚ ਹਿਸਾਬ ਕੀ, ਚਮਕੀਲੇ ਹੁੰਦੇ ਆ ਮੈਟਲ ਹੁੰਦੇ ਆ ਨਾ ਜਿਹੜੇ, ਉਹ ਹੁੰਦੇ ਆ ਚਮਕੀਲੇ। ਕਲੀਅਰ ਹੈ? ਹੁਣ ਜੇ ਤੁਹਾਨੂੰ ਕੋਈ ਪੁੱਛ ਲੇ ਮੈਟਲ, ਮੈਂ ਸੋਨਾ ਵੀ ਮੈਟਲ ਚ ਹੀ ਆਉਂਦਾ ਨਾ, ਸੋਨਾ ਮੈਟਲ ਚ ਆਉਂਦਾ ਹੈ, ਚਾਂਦੀ ਮੈਟਲ ਚ ਆਉਂਦੀ ਹੈ, ਇਹ ਵੀ ਕੀ ਹੈ? ਚਮਕੀਲੀਆਂ ਚੀਜ਼ਾਂ ਹੈ, ਠੀਕ ਹੈ, ਮੈਟਲ ਚਮਕੀਲੇ ਹੁੰਦੇ ਆ। ਪਰ ਹੁਣ ਇੱਕ ਅੱਧਾ ਮੈਟਲ ਫੇਰ ਇਹੋ ਜਿਹਾ ਜਿੰਦੀ ਨਹੀਂ ਬਣਦੀ, ਉਹ ਕੀ ਹੈਗਾ ਆਪਣੇ ਕੋਲੇ? ਲੈਡ, ਠੀਕ ਹੈ, ਟੀਬੀ ਨਾਲ ਆਈ ਥਿੰਕ ਇਹਨੂੰ ਡਿਨੋਟ ਕਰ ਦਿੰਦੇ ਆ, ਹੋ ਗਿਆ ਲੈਡ। ਲੈਡ ਕੀ ਹੈ? ਡਲ, ਬਸ। ਬਾਕੀ ਆਪਣੇ ਕੋਲੇ ਸ਼ਾਈਨਿੰਗ ਵਧੀਆ, ਮੋਜਾਂ ਮਾਰੀ ਜਾਂਦੇ, ਸ਼ਾਈਨਿੰਗ ਹੈ। ਹੁਣ ਆ ਜਾਓ ਅੱਗੇ ਨੋਨ ਮੈਟਲ ਦੇ। ਨੋਨ ਮੈਟਲ ਤਾਂ ਆਬਵੀਅਸ ਹੀ ਹੈ, ਹੁਣ ਗੈਸ ਕਿਹੜੀ ਸ਼ਾਈਨ ਕਰਦੀ ਹੈ, ਠੀਕ ਹੈ, ਉਹਨੂੰ ਵੇਖ ਹੀ ਨਹੀਂ ਸਕਦੇ, ਗੈਸ ਸ਼ਾਈਨ ਕਿਹੜੀ ਕਰੂਗੀ। ਉਸ ਤੋਂ ਬਾਅਦ ਆਪਣੇ ਕੋਲੇ ਦੇਖੋ ਇਹਨਾਂ ਨੂੰ ਕੀ ਕਵਾਂਗੇ? ਦੇ ਲੁਕ, ਠੀਕ ਹੈ, ਦੇ ਲੈਕ ਲਸਟਰ, ਦੇ ਲੈਕ ਲਸਟਰ, ਜਾਂ ਲੈ ਕਹਿ ਦੋ ਦੇ ਲੁਕ ਡਲ, ਕੁਛ ਵੀ ਕਹਿ ਸਕਦੇ ਹੋ ਭਾਈ, ਯਾਦ ਹੀ ਰੱਖਣਾ ਆਪਾਂ ਤਾਂ, ਜਿਵੇਂ ਮਰਜ਼ੀ ਰੱਖ ਲਓ। ਪਰ ਫਿਰ ਕੁਛ ਕੁ ਨੋਨ ਮੈਟਲ ਇਹੋ ਜਿਹੇ ਵੀ ਹੈ, ਕਹਿੰਦੇ ਜੀ ਅਸੀਂ ਤਾਂ, ਸਾਨੂੰ ਤਾਂ ਕਹਿ ਲਓ ਮੈਟਲ ਵਾਲਾ ਘਰਾਣਾ ਪਸੰਦ ਹੈ, ਤਾਂ ਅਸੀਂ ਤਾਂ ਉਹਨਾਂ ਵਾਂਗੂ ਚਮਕਾਂਗੇ, ਠੀਕ ਹੈ। ਤੇ ਜਿਹੜਾ ਲੈਡ ਸੀਗਾ ਉਹ ਕਹਿੰਦਾ ਜੀ ਮੈਨੂੰ ਤਾਂ ਨੋਨ ਮੈਟਲ ਪਸੰਦ ਹੈ, ਮੈਂ ਤਾਂ ਉਹਨਾਂ ਵਾਂਗੂ ਡਲ ਰਹੂੰਗਾ। ਤਾਂ ਹੁਣ ਇਹਨਾਂ ਚ ਨੋਨ ਮੈਟਲ ਚੋਂ ਕਿਹੜੇ ਮੈਟਲ ਵਾਂਗੂ ਸ਼ਾਈਨ ਕਰਦੇ ਆ? ਉਹ ਹੈਗੇ ਆ I2 ਆਇਓਡੀਨ। ਇਹ ਮੋਸਟ ਇੰਪੋਰਟੈਂਟ ਹੈ, ਇਹਨਾਂ ਨੂੰ ਯਾਦ ਰੱਖਣਾ ਜਿਹੜੇ ਮੈਂ ਦੱਸਣ ਲੱਗਿਆ ਤਿੰਨੋਂ, ਠੀਕ ਹੈ। ਡਾਇਮੰਡ, ਡਾਇਮੰਡ ਵੀ ਨੋਨ ਮੈਟਲ ਵਿੱਚ ਕੰਸੀਡਰ ਕੀਤਾ ਜਾਂਦਾ ਹੈ, ਠੀਕ ਹੈ। ਉਸ ਤੋਂ ਬਾਅਦ ਗ੍ਰੇਫਾਈਟ, ਇਹਦੇ ਡਾਇਮੰਡ ਨੂੰ ਤੁਸੀਂ ਕਹੋ ਨਾ ਕਿ ਉੱਥੇ ਤੁਹਾਨੂੰ ਥੱਲੇ ਜਿਹੜੇ ਬੱਚਿਆਂ ਨਹੀਂ ਕਨਸੈਪਟ ਕਲੀਅਰ ਸੀ ਪਹਿਲਾਂ, ਹੁਣ ਤਾਂ ਕਲੀਅਰ ਕਰਾ ਦੂੰਗਾ ਮੈਂ ਕਿ ਮੈਟਲ ਦੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਮੈਟਲ ਹੈ ਜਿਹੜਾ, ਸੋਰੀ ਹੇਠ ਲਿਖਿਆਂ ਵਿੱਚੋਂ ਕਿਹੜਾ ਨੋਨ ਮੈਟਲ ਹੈ ਜਿਹੜਾ ਚਮਕਦਾ, ਠੀਕ ਹੈ। ਤਾਂ ਉੱਥੇ ਡਾਇਮੰਡ ਆਪਸ਼ਨ ਹੋਊਗੀ, ਤਾਂ ਤੁਸੀਂ ਸੋਚੀ ਜਾਓਗੇ ਕਿ ਡਾਇਮੰਡ ਤਾਂ ਜੀ ਸਖਤ ਹੁੰਦਾ, ਮੈਟਲ ਦਾ ਹੋਊਗਾ, ਤਾਂ ਉੱਥੇ ਗਲਤ ਹੋ ਜਾਣਾ ਤੁਹਾਡਾ। ਇਹਨਾਂ ਦੋਵਾਂ ਨੂੰ ਕਿਉਂ ਕੰਸੀਡਰ ਕੀਤਾ ਜਾਂਦਾ? ਦੇਖੋ ਇਹ ਕਾਹਦੇ ਬਣੇ ਹੁੰਦੇ ਆ ਆਪਣੇ ਕੋਲੇ? ਇਹ ਬਣੇ ਹੁੰਦੇ ਕਾਰਬਨ ਦੇ। ਕਾਰਬਨ ਕੀ ਹੈ? ਨੋਨ ਮੈਟਲ ਹੈ। ਤੇ ਵੇਖ ਲਓ ਨੋਨ ਮੈਟਲ ਦੇ ਬਣ, ਇਹ ਕੀ ਹੈ? ਡਲ ਹੈ ਨਾ, ਤੇ ਡਲ ਦੇ ਬਣ ਕੇ ਵੀ ਇਹ ਕੀ ਹੈ? ਸ਼ਾਈਨ ਕਰਦੇ ਆ। ਕਲੀਅਰ ਹੋਈ ਜਾਂਦੀਆਂ ਚੀਜ਼ਾਂ, ਇਹ ਡਲ ਦੇ ਬਣ ਕੇ ਵੀ ਸ਼ਾਈਨ ਕਰੀ ਜਾਂਦੇ ਆ। ਕਾਰਬਨ ਨੂੰ ਆਪਾਂ ਨੋਨ ਮੈਟਲ ਹੀ ਕਵਾਂਗੇ, ਇਹ ਵੀ ਨੋਨ ਮੈਟਲ ਦੇ ਬਣੇ ਆ ਨਾ, ਤਾਂ ਇਹ ਨੋਨ ਮੈਟਲ ਦੇ ਬਣੇ ਹੋਣ ਦੇ ਬਾਵਜੂਦ ਵੀ ਸ਼ਾਈਨ ਕਰਦੇ ਆ, ਆਇਓਡੀਨ, ਡਾਇਮੰਡ ਤੇ ਗ੍ਰੈਫਾਈਟ। ਤੇ ਜਿਹੜਾ ਮੈਟਲ ਦਾ ਹੈਗਾ ਉਹ ਸਾਰੇ ਸ਼ਾਈਨਿੰਗ ਹੈ, ਪਰ ਇਹਨਾਂ ਚੋਂ ਲੈਡ ਹੈ ਜਿਹੜਾ ਉਹ ਕਹਿੰਦਾ ਜੀ ਮੈਂ ਤਾਂ ਡਲ ਰਹਿਣਾ, ਠੀਕ ਹੈ। ਹੁਣ ਆ ਜੋ ਅੱਗੇ ਹਾਰਡਨੈਸ। ਹਾਰਡਨੈਸ ਪਹਿਲਾਂ ਗੱਲ ਕਰਾਂਗੇ ਹਾਰਡਨੈਸ ਦੀ ਮੈਟਲ ਦੇ ਵਿੱਚ, ਠੀਕ ਹੈ। ਮੈਟਲ ਦੇ ਵਿੱਚ ਕੀ ਹੈ? ਮੈਟਲ ਆਰ ਹਾਰਡ। ਇਹ ਨੇਚਰ ਦੇ ਵਿੱਚ ਕੀ ਹੁੰਦੇ ਆ? ਮੈਟਲ ਆਰ ਹਾਰਡ। ਇਹ ਨੇਚਰ ਦੇ ਵਿੱਚ ਸਖਤ, ਹਾਰਡ ਨੂੰ ਸਖਤ ਵੀ ਕਹਿ ਸਕਦੇ ਹੋ, ਠੀਕ ਹੈ। ਹਾਰਡ ਇਨ ਨੇਚਰ, ਇਹਨਾਂ ਦਾ ਨੇਚਰ ਹੁੰਦਾ ਪੂਰਾ ਸਖਤ, ਵਧੀਆ ਹੈ, ਮਜ਼ਬੂਤ, ਠੀਕ ਹੈ। ਫਿਰ ਐਕਸੈਪਸ਼ਨ ਫਿਰ ਆਊਗੀ, ਠੀਕ ਹੈ। ਹੁਣ ਦੇਖੋ ਇਹ ਵੀ ਮੋਸਟ ਇੰਪੋਰਟੈਂਟ ਹੈ, ਜਿਹੜੀਆਂ ਐਕਸੈਪਸ਼ਨਸ ਹੈ ਨਾ, ਇਹੀ ਕੁਐਸਚਨ ਬਣ ਕੇ ਮੂਹਰੇ ਆ ਜਾਣੀਆਂ। ਬਸ ਇਹ ਤੁਹਾਨੂੰ ਮੇਰੀ ਗੱਲ ਲਿਖਾ ਲਓ, ਬਸ ਲਿਖ ਲਓ ਕਿ ਜਿਹੜੀਆਂ ਐਕਸੈਪਸ਼ਨ ਮੈਂ ਕਰਾਉਣਾ ਹੈ ਨਾ,
ਇਹੀ ਸਾਰੀਆਂ ਤੁਹਾਡੇ ਮੂਹਰੇ ਪਈਆਂ ਹੋਣਗੀਆਂ ਐਗਜ਼ਾਮ ਦੇ ਵਿੱਚ ਕਿ ਇਹਨਾਂ ਨੂੰ ਕਨਫਿਊਜ਼ ਕੀਤਾ ਜਾਵੇ ਬੱਚਿਆਂ ਨੂੰ, ਪਰ ਜਿਹੜੇ ਬੱਚੇ ਨੂੰ ਲੈਕਚਰ ਲਾ ਰਹੇ ਹੋ ਕਦੇ ਵੀ ਕਨਫਿਊਜ਼ ਨਹੀਂ ਹੋਣਗੇ। ਕਿਹੜੀਆਂ ਕਿਹੜੀਆਂ ਐਕਸੈਪਸ਼ਨ ਹੈ? ਸੋਡੀਅਮ, ਠੀਕ ਹੈ। ਹੋਰ ਇਸ ਤੋਂ ਬਾਅਦ ਕੀ ਲਾਵਾਂਗੇ ਆਪਾਂ? ਪੋਟਾਸ਼ੀਅਮ, ਸੋਡੀਅਮ ਤੇ ਪੋਟਾਸ਼ੀਅਮ। ਹੁਣ ਇੱਕ ਚੀਜ਼ ਨੋਟ ਕਰ ਲਿਓ, ਜਿਹੜੇ ਦੋਵੇਂ ਲਿਖੀਆਂ, ਹੋਰ ਵੀ ਲਿਖਾਣਾ, ਪਰ ਜਿਹੜੀਆਂ ਦੋਵੇਂ ਹੈ ਨਾ ਸੋਡੀਅਮ ਤੇ ਪੋਟਾਸ਼ੀਅਮ ਮੇਨ, ਇਹ ਦੋਨੋਂ ਇੰਨੀਆਂ ਕੁ ਜ਼ਿਆਦਾ ਰਿਐਕਟਿਵ ਹੈ ਨਾ, ਇੰਨੀਆਂ ਕੁ ਜ਼ਿਆਦਾ ਠੰਡੇ ਪਾਣੀ ਨਾਲ ਵੀ ਰਿਐਕਟ ਕਰ ਜਾਂਦੀਆਂ। ਠੰਡਾ ਪਾਣੀ ਛੱਡੋ, ਇਹਨਾਂ ਨੂੰ ਬਾਹਰ ਵੀ ਛੱਡ ਦੋਗੇ ਇਹਨਾਂ ਨੇ ਰਿਐਕਟ ਕਰ ਜਾਣਾ ਆਕਸੀਜਨ ਦੇ ਨਾਲ ਹੀ। ਇਹਨਾਂ ਨੇ ਜਦੋਂ ਇਹਨਾਂ ਨੂੰ ਮਾੜਾ ਜਿਹਾ ਇਕੱਲਾ ਛੱਡਿਆ ਨਹੀਂ ਤੇ ਇਹਨਾਂ ਨੇ ਅੱਗ ਫੜ ਲੈਣੀ, ਠੀਕ ਹੈ। ਇਸ ਚੀਜ਼ ਦਾ ਧਿਆਨ ਰੱਖਿਓ। ਮੋਸਟ ਰਿਐਕਟਿਵ ਜਿਹੜੇ ਮੈਟਲਸ ਹੈਗੀਆਂ ਇਹ। ਹੁਣ ਚੱਲਦੇ ਆਪਾਂ ਆਰਬੀ ਤੇ। ਰੂਬੀਡੀਅਮ, ਜ਼ਿਆਦਾ ਕਨਫਿਊਜ਼ ਨਹੀਂ ਨਾ, ਮੈਂ ਵਾਰ-ਵਾਰ ਕਹਿਣਾ ਰਹਿਣਾ, ਇਹ ਇੱਕ ਦੋ ਵਾਰੀ ਪੜੋਗੇ ਨਾਮ ਯਾਦ ਹੋ ਜਾਣੇ ਆ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਕੀ, ਮੈਂ ਸਾਰੇ ਲਿਖਾ ਦਿੰਦਾ, ਫਿਰ ਤੁਸੀਂ ਇਹ ਨਾ ਕਹੋਗੇ ਕਿ ਸਰ ਇਹ ਵਾਲਾ ਰਹਿ ਗਿਆ, ਉਹ ਵਾਲਾ ਰਹਿ ਗਿਆ। ਸੀਜ਼ੀਅਮ, ਪਰ ਮੇਨ ਇਹਨਾਂ ਨੂੰ ਜਿਹੜੇ ਤੁਸੀਂ ਜਿਨ੍ਹਾਂ ਨਾਲ ਫਰੈਂਡਲੀ ਹੋ ਯਾਦ ਕਰ ਲਿਓ। ਮਰਕਰੀ, ਠੀਕ ਹੈ। ਹੁਣ ਮਰਕਰੀ ਤਾਂ ਮੈਂ ਪਹਿਲਾਂ ਹੀ ਕਰਾਇਆ ਕਿ ਮਰਕਰੀ ਤਾਂ ਪਹਿਲਾਂ ਹੀ ਲਿਕੁਇਡ ਸਟੇਟ 'ਚ ਹੁੰਦਾ, ਠੀਕ ਹੈ। ਤਾਂ ਇਹ ਹਾਰਡ ਕਿਵੇਂ ਹੋ ਸਕਦਾ, ਠੀਕ ਹੈ। ਮਰਕਰੀ ਤਾਂ ਪਹਿਲਾਂ ਹੀ ਲਿਕੁਇਡ ਸਟੇਟ ਦੇ ਵਿੱਚ ਹੁੰਦਾ, ਇਹ ਹਾਰਡ ਕਿਵੇਂ ਹੋ ਸਕਦਾ? ਹੁਣ ਇਹਦੇ ਨਾਲ ਹੋਰ ਲਿਖਾਈ ਸੀ ਮਰਕਰੀ ਦੇ ਨਾਲ Ga, ਗੈਲੀਅਮ, ਗੈਲੀਅਮ ਵੀ ਲਿਖਾਇਆ ਸੀ ਨਾ। ਹੋਰ ਹੈਗਾ ਆਪਣੇ ਕੋਲੇ ਜ਼ਿੰਕ। ਹੁਣ ਇਹ ਉਹੋ ਜਿਹੇ ਮੈਟਲ ਹੈ ਜਿਨ੍ਹਾਂ ਨੂੰ ਤੁਸੀਂ ਕੀ ਹੈ ਨਾਈਫ ਦੇ ਨਾਲ ਵੀ ਕੱਟ ਸਕਦੇ ਹੋ, ਠੀਕ ਹੈ। ਇੰਨੇ ਕੁ ਇਹ ਸੌਫਟ ਹੁੰਦੇ ਆ, ਠੀਕ ਹੈ। ਨਾਈਫ ਦੇ ਸੌਫਟ ਮੈਟਲਸ ਜਿਹੜੇ ਆ ਕੱਟ ਬਾਈ ਨਾਈਫ, ਇਹ ਨਾਈਫ ਦੇ ਨਾਲ ਵੀ ਕੱਟੇ ਜਾਣਗੇ। ਸਮਝ ਲੱਗ ਗਈ? ਮੈਟਲ ਕੀ ਹੁੰਦੇ ਆ? ਵੈਸੇ ਤਾਂ ਹਾਰਡ ਹੁੰਦੇ ਆ, ਪਰ ਐਕਸੈਪਸ਼ਨ ਕੁਛ ਹੈਗੇ ਆ। ਸੋਡੀਅਮ, ਪੋਟਾਸ਼ੀਅਮ, ਰੂਬੀਡੀਅਮ, ਸੀਜ਼ੀਅਮ, ਮਰਕਰੀ, ਗੈਲੀਅਮ, ਜ਼ਿੰਕ। ਕਲੀਅਰ ਹੋ ਗਿਆ ਨਾ? ਹੁਣ ਚਲਦੇ ਹਾਂ ਅੱਗੇ ਨੌਨ ਮੈਟਲ ਵੱਲ। ਨੌਨ ਮੈਟਲ ਤਾਂ ਵਿਚਾਰੇ ਬਸ ਚੁੱਪ ਜਮਾ, ਠੀਕ ਹੈ। ਵੀ ਅਸੀਂ ਤਾਂ ਇਹਨਾਂ ਤੋਂ ਕੋਈ ਗੱਲ ਨਹੀਂ, ਇਹਨਾਂ ਨੂੰ ਸਖਤ ਹੋ ਲੈਣ ਦਿਓ, ਅਸੀਂ ਕੀ ਹੈ ਸੌਫਟ ਹੈ। ਸਾਰੇ ਜਿਹੜੇ ਨੌਨ ਮੈਟਲ ਕੀ ਹੈ ਸੌਫਟ ਹੈ। ਇੱਕ ਵਰਡ ਯਾਦ ਰੱਖਿਓ ਬਸ, ਜਿੰਨੇ ਵੀ ਜਦੋਂ ਵੀ ਮੈਂ ਸਾਰੇ ਕਹੂੰਗਾ ਤਾਂ ਉਦੋਂ ਤੁਸੀਂ ਚੁੱਪ ਕਰਕੇ ਆਪਣੇ ਆਪ ਇਹ ਵਾਲਾ ਵਰਡ ਯੂਜ਼ ਕਰ ਲਿਓ, ਜਨਰਲੀ। ਜਨਰਲੀ ਕਿਉਂ? ਕਿਉਂਕਿ ਇੱਕ ਅੱਧਾ ਫਿਰ ਕਹਿ ਲਓ ਕਿ ਮੂੰਹ ਮੁੜਿਆ ਹੁੰਦਾ। ਉਹ ਕਿਹੜਾ ਇਹਨਾਂ ਵਿੱਚੋਂ? ਉਹ ਹੈਗਾ ਆਪਣੇ ਕੋਲੇ ਡਾਇਮੰਡ, ਠੀਕ ਹੈ। ਇਕੱਲਾ ਡਾਇਮੰਡ ਇਹਨਾਂ ਵਿੱਚੋਂ ਮੋਸਟ ਹਾਰਡੈਸਟ ਜਿਹੜਾ ਨੌਨ ਮੈਟਲ ਹੈ। ਤਾਂ ਇਹਨੂੰ ਇੱਕ ਹੋਰ ਚੀਜ਼ ਵਿੱਚ ਕੰਸੀਡਰ ਕੀਤਾ ਜਾਂਦਾ, ਜਿਹੜਾ ਕੁਐਸਚਨ ਤੁਹਾਡਾ ਬਣ ਸਕਦਾ ਕਿ ਡਾਇਮੰਡ, ਇਹ ਕੁਐਸਚਨ ਜ਼ਰੂਰ ਬਣ ਸਕਦਾ ਹੈ, ਡਾਇਮੰਡ ਇਜ਼ ਦਾ ਹਾਰਡੈਸਟ ਨੈਚੁਰਲ ਸਬਸਟੈਂਸ, ਠੀਕ ਹੈ। ਜੇ ਨੈਚੁਰਲ ਸਬਸਟੈਂਸ ਪੁੱਛ ਲੈਣਾ ਨਾ ਹਾਰਡ ਸਭ ਤੋਂ ਸਖਤ, ਤਾਂ ਉਹ ਡਾਇਮੰਡ ਹੈ। ਹੁਣ ਡਾਇਮੰਡ ਕੀ ਹੈ? ਲਓ, ਇਹ ਮੈਟਲ ਦਾ ਹੈ ਹੀ ਨਹੀਂ, ਨੌਨ ਮੈਟਲ, ਠੀਕ ਹੈ। ਬਣਿਆ ਕਾਹਦਾ ਹੁੰਦਾ? ਕਾਰਬਨ ਦਾ ਬਣਿਆ ਹੁੰਦਾ। ਕਿਹੜੀਆਂ ਕਿਹੜੀਆਂ ਚੀਜ਼ਾਂ ਇਹਦੇ ਵਿੱਚ? ਕਾਰਬਨ ਕਿੰਨੇ ਦਾ? 3 4 ਕਾਰਬਨ ਇੱਕ ਦੂਜੇ ਨਾਲ ਐਡ ਹੋ ਕੇ ਇਹਨਾਂ ਨੂੰ ਸਖਤ ਕਰ ਦਿੰਦੇ, ਇੰਨਾ ਕੁ ਜ਼ਿਆਦਾ ਕਿ ਇਹਨੂੰ ਤੋੜਨਾ ਜਮਾਂ ਹੀ ਮੁਸ਼ਕਲ ਹੋ ਜਾਂਦਾ। ਸ਼ੀਸ਼ੇ ਕੱਟਣ ਲਈ ਵੀ ਇਹਨੂੰ ਯੂਜ਼ ਕੀਤਾ ਜਾਂਦਾ ਨਾ। ਚਲੋ ਹੁਣ ਚੱਲਦੇ ਹਾਂ ਅੱਗੇ। ਹਾਰਡਨੈਸ ਵੀ ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ ਕਰ ਲਈਆਂ ਇਹਨਾਂ ਦੀ? ਫਿਜ਼ੀਕਲ ਸਟੇਟ, ਲਸਟਰ ਕਰ ਲਿਆ ਤੇ ਹਾਰਡਨੈਸ ਕਰ ਲਈ। 3 ਸਟੇਟਸ ਕਰ ਲਈਆਂ ਨਾ ਆਪਾਂ ਡਿਫਰੈਂਸ। ਹੁਣ ਕਰਦੇ ਹਾਂ ਚੌਥੀ। ਹੁਣ ਇੱਕ ਹੋਰ ਬਹੁਤ ਵਧੀਆ ਸਟੇਟ ਇਹਨਾਂ ਦੀ ਕਰਨ ਜਾ ਰਹੇ ਆ ਜਿਹਨੂੰ ਕਹਿੰਦੇ ਮੈਲੀਏਬਲ, ਠੀਕ ਹੈ। ਦੱਸਦਾ ਕੀ ਹੁੰਦਾ? ਨਾਮ ਸੁਣ ਕੇ ਘਬਰਾਇਆ ਨਾ ਕਰੋ। ਮੈਲੀਏਬਲ ਮੈਨੂੰ ਲੱਗਦਾ ਨਹੀਂ ਇਸ ਲੈਕਚਰ ਦੇ ਵਿੱਚ ਪੂਰਾ ਹੋ ਜਾਊਗਾ ਆਪਣਾ, ਕਿਉਂਕਿ ਮੈਂ ਆਰਾਮ ਨਾਲ ਸਮਝਾ ਰਿਹਾ ਤੁਹਾਨੂੰ। ਜੇ ਜਲਦੀ ਕਰੂੰਗਾ ਤਾਂ ਸਾਰਾ ਤੁਸੀਂ ਉਲਝ ਜਾਣਾ। ਮੈਲੀਏਬਲ ਕੀ ਹੁੰਦਾ? ਇਹਨਾਂ ਦਾ ਕੀ ਬਣਾਇਆ ਜਾ ਸਕਦਾ? ਸ਼ੀਟਾਂ ਬਣਾਈਆਂ ਜਾ ਸਕਦੀਆਂ। ਸ਼ੀਟਾਂ ਬਣਨ ਨਾ ਉਹਨੂੰ ਕਹਿੰਦੇ ਆ ਮੈਲੀਏਬਿਲਿਟੀ, ਠੀਕ ਹੈ। ਮੈਲੀਏਬਿਲਿਟੀ ਕਹਿੰਦੇ ਆ ਉਹਨੂੰ। ਜੇ ਤੁਹਾਨੂੰ ਕੋਈ ਕਹਿ ਦੇ ਕਿ ਇਹ ਬਹੁਤ ਮੈਲੀਏਬਲ ਹੈ, ਮਤਲਬ ਤੁਸੀਂ ਆਪੇ ਸਮਝੋ ਕਿ ਇਹਦੀ ਸ਼ੀਟ ਬਣਾ ਸਕਦੀ ਹੈ, ਠੀਕ ਹੈ। ਹੁਣ ਆ ਗਿਆ ਆਪਣੇ ਕੋਲੇ ਕੀ ਹੈ ਮੈਟਲ ਬਾਰੇ, ਕਿ ਮੈਟਲ ਦੀਆਂ ਆਪਾਂ ਸ਼ੀਟਸ ਬਣਾ ਸਕਦੇ ਹਾਂ। ਤਾਂ ਆਪਾਂ ਕੀ ਕਵਾਂਗੇ? ਯੈਸ, ਬਿਟਨ ਇਨਟੂ ਸ਼ੀਟਸ। ਇਹਨਾਂ ਨੂੰ ਸ਼ੀਟ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ, ਕਿ ਬੀਟ ਕੀਤਾ ਜਾ ਸਕਦਾ, ਠੀਕ ਹੈ। ਹੁਣ ਜੇ ਤੁਹਾਨੂੰ ਕੋਈ ਪੁੱਛ ਲੇ ਕਿ ਬਹੁਤ ਜ਼ਿਆਦਾ ਮੈਲੀਏਬਲ ਮੈਟਲ ਕਿਹੜਾ, ਬਹੁਤ ਜ਼ਿਆਦਾ ਮੈਲੀਏਬਲ ਮੈਟਲ ਕਿਹੜਾ, ਤਾਂ ਉਹ ਰਾਈਟ ਆਂਸਰ ਕੀ ਆਊਗਾ ਆਪਣਾ? ਗੋਲਡ ਤੇ ਸਿਲਵਰ, ਠੀਕ ਹੈ। ਇਹ ਜਿਹੜੇ ਦੋਨੋਂ ਹੈ ਨਾ ਮੋਰ ਮੈਲੀਏਬਲ ਜਿਹੜੇ ਮੈਟਲ ਹੈਗੇ ਆ, ਠੀਕ ਹੈ, ਮੋਰ ਮੈਲੀਏਬਲ ਹੈ। ਹੁਣ ਐਕਸੈਪਸ਼ਨ, ਫਿਰ ਐਕਸੈਪਸ਼ਨ ਆ ਗਈ ਆਪਣੇ ਕੋਲੇ। ਐਕਸੈਪਸ਼ਨ ਆਪਣੇ ਕੋਲ ਕੀ ਆ ਗਈ? ਹੁਣ ਐਕਸੈਪਸ਼ਨ ਇਹ ਆ ਗਈ ਕਿ ਸਭ ਤੋਂ ਪਹਿਲਾਂ ਉਹੀ ਚੀਜ਼ਾਂ
ਮਰਕਰੀ ਦਾ ਤੁਸੀਂ ਸ਼ੀਟ ਬਣਾ ਲਓਗੇ, ਨਹੀਂ ਬਣਨੀ। ਉਸ ਤੋਂ ਬਾਅਦ ਕੀ ਹੈ, ਸੋਡੀਅਮ ਦੀ ਬਣਾ ਲਓਗੇ। ਇਹਨੂੰ ਤਾਂ ਜਦੋਂ ਆਪਾਂ ਚਾਕੂ ਨਾਲ ਹੀ ਕੱਟ ਸਕਦੇ ਆ, ਠੀਕ ਹੈ, ਨਾਈਫ ਨਾਲ ਹੀ ਕੱਟ ਸਕਦੇ ਆ, ਤਾਂ ਇਹਦੀ ਸ਼ੀਟ ਕਿੱਥੋਂ ਬਣ ਜੂਗੀ। ਪੋਟਾਸ਼ੀਅਮ ਵੀ ਕੱਟਿਆ ਜਾਊਗਾ, ਇਹ ਜ਼ਿੰਕ ਵੀ ਕੱਟਿਆ ਜਾਊਗਾ, ਇਹ ਚਾਰਾਂ ਦੀ ਜਿਹੜੀਆਂ ਸ਼ੀਟਾਂ ਨਹੀਂ ਬਣਨੀਆਂ, ਠੀਕ ਹੈ, ਕਲੀਅਰ ਹੋ ਗਿਆ। ਤਾਂ ਉਸ ਤੋਂ ਬਾਅਦ ਨੋਨ ਮੈਟਲ ਦਾ ਚੁੱਪ ਕਰਕੇ ਕਹਿਣਗੇ ਜੀ ਸਾਡੇ ਦਾ ਕੋਈ ਐਕਚੁਅਲੀ ਸਾਰਿਆਂ ਦੀ ਰਾਸ਼ੀ ਰਲੀ ਹੋਈ ਹੈ, ਤਾਂ ਸਾਡੇ ਵਿੱਚੋਂ ਜਿਹੜਾ ਕੋਈ ਵੀ ਕਿਸੇ ਦੀ ਵੀ ਸ਼ੀਟ ਨਹੀਂ ਬਣਨੀ, ਠੀਕ ਹੈ। ਇਹਨੂੰ ਕੀ ਲਿਖਾਂਗੇ, ਦੇ ਆਰ ਨੋਟ ਮੈਲੀਏਬਲ, ਠੀਕ ਹੈ, ਕਿ ਮੈਲੀਬਿਲਿਟੀ ਇਹਨਾਂ ਚ ਹੈ ਹੀ ਨਹੀਂ, ਬਸ ਸਿੱਧਾ ਇਹ ਚੁੱਪ ਕਰਕੇ ਕਹਿੰਦੇ ਵੀ ਸਾਡੇ ਚ ਕੋਈ ਐਕਸੈਪਸ਼ਨ ਹੀ ਹੈ ਨਹੀਂ, ਬਸ ਤੁਸੀਂ ਆਪਦਾ ਅਗਲੇ ਪੜ੍ਹਦੇ ਚਲੋ। ਹੁਣ ਚੱਲਦੇ ਹਾਂ ਆਪਾਂ ਅੱਗੇ 5ਵੇਂ ਤੇ। ਡਕਟਾਈਲ ਕੀ ਹੁੰਦਾ, ਜਿੰਨੀਆਂ ਆਪਾਂ ਤਾਰਾਂ ਬਣਾ ਸਕਦੇ ਹਾਂ, ਤਾਰਾਂ ਬਣਾਈਆਂ ਜਾ ਸਕਣ। ਹੁਣ ਜਿਹੜਾ ਮੈਲੀਏਬਲ ਸੀ ਉਹਨੂੰ ਕੁੱਟ ਕੇ ਆਪਾਂ ਸ਼ੀਟਾਂ ਬਣਾ ਸਕਦੇ ਸੀ, ਇਹਨੂੰ ਕੁੱਟ ਕੇ ਆਪਾਂ ਕੀ ਬਣਾ ਸਕਦੇ ਹਾਂ, ਤਾਰਾਂ। ਕਿੰਨੀਆਂ ਬਣ ਸਕਦੀਆਂ, ਇੱਕ ਕੁਐਸਚਨ ਦੱਸੂਗਾ, ਬਹੁਤ ਵਧੀਆ ਕੁਐਸਚਨ ਦੱਸਣ ਲੱਗਿਆ। ਹੁਣ ਮੈਂ ਮੈਟਲ ਦੀ ਗੱਲ ਕਰਦੇ ਆ ਪਹਿਲਾਂ। ਇਹਨਾਂ ਕੀ ਕਹਾਂਗੇ, ਡਰੋਨ ਇਨਟੂ ਮੰਨ ਕੇ ਚਲੋ ਵਾਇਰ, ਠੀਕ ਹੈ, ਇਹੀ ਲਿਖਣਾ ਆਪਾਂ ਜੀ, ਡਰੋਨ ਇਨਟੂ ਵਾਇਰ। ਕਿਨੂੰ AU ਨੂੰ, 골ਡ ਨੂੰ, ਠੀਕ ਹੈ, ਤੇ ਐਂਡ ਸਿਲਵਰ ਨੂੰ। ਇਹਨੂੰ ਆਪਾਂ ਤਾਰਾਂ 'ਚ ਕਨਵਰਟ ਕਰ ਸਕਦੇ ਹਾਂ, ਠੀਕ ਹੈ। ਸਭ ਤੋਂ ਜ਼ਿਆਦਾ ਜਿਹੜੇ ਡਕਟਾਈਲ ਮੈਟਲ ਹੈ ਉਹ ਇਹ ਦੋਨੋਂ ਹੀ ਆ, ਤੇ ਸਭ ਤੋਂ ਜ਼ਿਆਦਾ ਜਿਹੜੇ ਮੈਲੀਏਬਲ ਮੈਟਲ ਹੈ ਇਹ ਦੋਨੋਂ ਹੀ ਆ। ਹੁਣ ਇਹਦੇ 'ਚੋਂ ਕੁਐਸਚਨ ਕੀ ਪੁੱਛਿਆ ਜਾ ਸਕਦਾ ਹੈ ਕਿ 1 ਗ੍ਰਾਮ 골ਡ, 1 ਗ੍ਰਾਮ ਆਫ 골ਡ ਵਿੱਚੋਂ ਕਿੰਨੀ ਲੰਮੀ ਤਾਰ ਬਣਾਈ ਜਾ ਸਕਦੀ ਹੈ। ਤਾਂ 1 ਗ੍ਰਾਮ ਸੋਚੋ ਕਿੰਨਾ ਕੁ ਹੁੰਦਾ 1 ਗ੍ਰਾਮ, ਮਤਲਬ ਬਿਲਕੁਲ ਹੀ ਥੋੜਾ ਜਿਹਾ, ਬਿਲਕੁਲ ਵੀ ਕਿਆ ਕੁਆਂਟੀਟੀ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਕੁ ਹੁੰਦਾ। ਤੇ 1 ਗ੍ਰਾਮ 골ਡ ਦੇ ਵਿੱਚੋਂ 2 ਕਿਲੋਮੀਟਰ ਲੰਮੀ ਤਾਰ ਬਣਾਈ ਜਾ ਸਕਦੀ ਹੈ, ਠੀਕ ਹੈ, 2 ਕਿਲੋਮੀਟਰ ਲੰਮੀ ਤਾਰ। ਸੋਚ ਲਓ, ਹੁਣ ਅੰਦਾਜ਼ਾ ਲਾ ਲਓ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਸੀ। ਕਲੀਅਰ ਹੈ, ਇੰਨਾ ਜ਼ਿਆਦਾ ਇਹ ਡਕਟਾਈਲ ਹੁੰਦਾ, ਇੰਨਾ ਕੁ ਜ਼ਿਆਦਾ ਡਕਟਾਈਲ ਹੁੰਦਾ, ਸਭ ਤੋਂ ਜ਼ਿਆਦਾ ਡਕਟਾਈਲ ਮੰਨਿਆ ਜਾਂਦਾ, ਠੀਕ ਹੈ। ਹੁਣ ਇਹਦੇ ਵਿੱਚੋਂ ਫਿਰ ਐਕਸੈਪਸ਼ਨ ਕਿ ਅਸੀਂ ਨਹੀਂ ਬਣਾਉਣੀਆਂ ਜੀ ਤਾਰਾਂ, ਸਾਨੂੰ ਕੱਢ ਦਿਓ ਫੈਮਿਲੀ ਦੇ ਵਿੱਚੋਂ। ਕਿਹੜੇ ਆਓ, ਫਿਰ ਮਰਕਰੀ ਤਾਂ ਹਰ ਜਗ੍ਹਾ ਤੇ ਤੁਰਿਆ ਫਿਰਦਾ, ਮਰਕਰੀ ਨੇ ਨਾਲ ਹੀ ਰਹਿਣਾ ਸਾਰਿਆਂ ਦੇ, ਵੀ ਕਿਸੇ ਨਾਲ ਰਾਸ਼ੀ ਨਹੀਂ ਜਲਦੀ ਹੁੰਦੀ। ਫਿਰ ਆ ਗਿਆ ਸੋਡੀਅਮ, ਫਿਰ ਆ ਗਿਆ ਪੋਟਾਸ਼ੀਅਮ, ਤੇ ਇੱਕ ਜ਼ਿੰਕ। ਫਿਰ ਉਹੀ ਜਿਹੜੇ ਜਿਨ੍ਹਾਂ ਦੀਆਂ ਜਦੋਂ ਸ਼ੀਟਾਂ ਹੀ ਨਹੀਂ ਬਣ ਸਕਦੀਆਂ ਇਹਨਾਂ ਚਾਰਾਂ ਦੀਆਂ, ਤਾਂ ਇਹਨਾਂ ਦੀਆਂ ਤਾਰਾਂ ਕਿੱਥੋਂ ਬਣਾ ਲਾਂਗੇ। ਚਾਰੇ ਯਾਦ ਰੱਖ ਲਓ ਕਿ ਇਹਨਾਂ ਦੀਆਂ ਨਾ ਤਾਂ ਸ਼ੀਟਾਂ ਬਣਨੀਆਂ ਤੇ ਨਾ ਹੀ ਇਹਨਾਂ ਦੀਆਂ ਤਾਰਾਂ ਬਣਨੀਆਂ, ਠੀਕ ਹੈ। ਉਹਨਾਂ ਜੋ ਨੋਨ ਮੈਟਲ ਕੀ ਹੈ, ਨੋਨ ਮੈਟਲ ਕਹਿੰਦੇ ਜੀ ਅਸੀਂ ਤਾਂ ਸਾਡੇ ਕੋਲ ਹੈ ਹੀ ਨਹੀਂ ਡਕਟਿਲਿਟੀ, ਦੇ ਲੈਕ ਡਕਟਿਲਿਟੀ, ਠੀਕ ਹੈ। ਇਹ ਕਹਿੰਦੇ ਜੀ ਸਾਡੇ ਕੋਲ ਡਕਟਿਲਿਟੀ ਨਹੀਂ ਹੈਗੀ, ਤੁਸੀਂ ਫਿਰ ਅਗਲਾ ਕਰ ਲਓ। ਹੁਣ ਪਿਛਲੇ 'ਚ ਨਾ ਤਾਂ ਮੈਲੀਏਬਲ ਸੀਗੇ ਤੇ ਨਾ ਹੀ ਡਕਟਾਈਲ ਹੈ। ਮੈਲੀਏਬਲ 'ਚ ਕਿਹੜੇ ਸੀਗੇ, ਸੋਨਾ ਸਿਲਵਰ ਦੋਨੋਂ ਹੀ ਬਹੁਤ ਜ਼ਿਆਦਾ ਹੈ। ਜਿਹੜੇ ਸੀਗੇ ਮਰਕਰੀ, ਸੋਡੀਅਮ, ਪੋਟਾਸ਼ੀਅਮ ਤੇ ਜ਼ਿੰਕ, ਇਹ ਕਹਿੰਦੇ ਜੀ ਅਸੀਂ ਸ਼ੀਟਾਂ ਨਹੀਂ ਬਣਾ ਸਕਦੇ। ਫਿਰ ਇਹ ਅਗਲੇ 'ਚ ਫਿਰ ਆ ਗਏ, ਕਹਿੰਦੇ ਜੀ ਅਸੀਂ ਤਾਰਾਂ ਵੀ ਨਹੀਂ ਬਣਾ ਸਕਦੇ। ਤੇ 1 ਗ੍ਰਾਮ 골ਡ ਦੀਆਂ ਕਿੰਨੇ ਲੰਮੀ ਤਾਰ ਬਣਾ ਸਕਦੇ ਆ, 2 ਕਿਲੋਮੀਟਰ, ਠੀਕ ਹੈ। ਹੁਣ ਆ ਗਿਆ ਇੱਕ ਹੋਰ ਮੋਸਟ ਇੰਪੋਰਟੈਂਟ ਟੌਪਿਕ, ਆਈ ਥਿੰਕ ਸਫੀਸ਼ੀਐਂਟ ਹੋਊਗਾ ਇਹਨਾਂ ਅੱਜ ਲਈ, ਕੱਲ ਕੰਪਲੀਟ ਕਰਾ ਦੂੰਗਾ ਇਹਨਾਂ ਦਾ ਡਿਫਰੈਂਸ। ਬਸ ਡਿਫਰੈਂਸ ਹੀ ਕਰਾਂਗੇ ਆਪਾਂ, ਇੱਕ ਕੈਮੀਕਲ ਇਹਨਾਂ ਦੀ ਪ੍ਰੋਪਰਟੀ ਕਰ ਲਾਂਗੇ, ਬਸ ਇੰਨੇ ਲੈਕਚਰ 'ਚ ਬਹੁਤ ਹੈ, ਠੀਕ ਹੈ। ਹੁਣ ਆ ਗਿਆ ਮੈਲਟਿੰਗ ਤੇ ਬੋਇਲਿੰਗ ਪੁਆਇੰਟ, ਮੈਲਟਿੰਗ ਐਂਡ ਬੋਇਲਿੰਗ ਪੁਆਇੰਟ, ਠੀਕ ਹੈ। ਬੋਇਲਿੰਗ ਪੁਆਇੰਟ ਆ ਗਿਆ ਆਪਣੇ ਕੋਲ, ਇਹਨੂੰ ਸਾਫ਼ ਲਿਖਦਾ ਮੈਂ, ਫਿਰ ਤੁਸੀਂ ਕਹੋਗੇ ਸਰ ਸਪੈਲਿੰਗ ਹੀ ਨਹੀਂ ਆਉਂਦੇ ਤੁਹਾਨੂੰ। ਬੋਇਲਿੰਗ ਪੁਆਇੰਟ, ਮੈਲਟਿੰਗ ਬੋਇਲਿੰਗ ਪੁਆਇੰਟ ਕੀ ਹੁੰਦਾ, ਮੈਲਟਿੰਗ ਦਾ ਹੋ ਗਿਆ ਆਪਣੇ ਕੋਲੇ ਪਿਘਲਣਾ, ਕੀ ਹੁੰਦਾ ਨਾ, ਪਿਘਲਣਾ, ਤੇ ਦੂਸਰਾ ਕਿਹੜਾ ਹੁੰਦਾ, ਉਬਲਣਾ। ਇਹਨਾਂ ਦੇ ਪੁਆਇੰਟ ਦੱਸਣੇ ਆ, ਮੈਲਟਿੰਗ ਪੁਆਇੰਟ ਤੇ ਬੋਇਲਿੰਗ ਪੁਆਇੰਟ ਕਿੰਦਾ ਆਪਣੇ ਕੋਲ ਮੈਟਲ ਤੇ ਨੋਨ ਮੈਟਲ ਦਾ, ਠੀਕ ਹੈ। ਹੁਣ ਆ ਜਾਓ ਫਿਰ, ਦੇ ਹੈਵ ਹਾਈ ਮੈਲਟਿੰਗ ਪੁਆਇੰਟ ਕਿੰਨਾ ਦਾ, ਦੇ ਹੈਵ ਹਾਈ ਮੈਲਟਿੰਗ ਐਂਡ ਬੋਇਲਿੰਗ ਪੁਆਇੰਟ, MP ਐਂਡ BP, ਬਸ MP ਤੇ BP ਯਾਦ ਰੱਖ ਲਓ। MP ਮੈਲਟਿੰਗ ਪੁਆਇੰਟ ਤੇ BP ਬੋਇਲਿੰਗ ਪੁਆਇੰਟ, ਕਿੰਨਾ ਦਾ, ਮੈਟਲ ਦਾ, ਠੀਕ ਹੈ। ਮੈਟਲ ਦਾ ਹਾਈਲੀ ਬੋਇਲਿੰਗ ਪੁਆਇੰਟ ਤੇ ਜਿਹੜਾ ਹਾਈ ਹੈ ਜਿਹੜਾ ਇਹਨਾਂ ਦਾ ਮੈਲਟਿੰਗ ਪੁਆਇੰਟ ਹੁੰਦਾ, ਠੀਕ ਹੈ। ਹੁਣ ਦੇਖੋ
ਮਰਕਰੀ ਕੀ ਹੈ? ਮਰਕਰੀ ਦਾ ਰੂਮ ਟੈਂਪਰੇਚਰ ਵੀ ਚੱਲ ਪੈਂਦਾ, ਮਰਕਰੀ ਸਾਰੇ ਥਾਂ ਹੀ ਤੁਰਿਆ ਫਿਰੂਗਾ ਐਕਸੈਪਸ਼ਨ ਚ, ਠੀਕ ਹੈ। ਮਰਕਰੀ ਐਕਸੈਪਸ਼ਨ ਚ ਆਊਗਾ ਇਹਦੇ, ਕਿਉਂਕਿ ਇਹ ਰੂਮ ਟੈਂਪਰੇਚਰ ਤੇ ਜਦੋਂ ਉਬਲਣ ਲੱਗ ਜਾਂਦਾ ਜਾਂ ਕਹਿ ਲਓ ਇਹਨੂੰ ਮੈਲਟ ਹੋ ਜਾਂਦਾ ਤਾਂ ਕੀ ਇਹਦਾ ਕਹਿ ਸਕਦੇ ਹਾਂ। ਹੁਣ ਦੇਖੋ ਹਾਈ ਜਿਹੜਾ ਮੈਲਟਿੰਗ ਬੋਇਲਿੰਗ ਪੁਆਇੰਟ ਕਿੰਦਾ, ਜਿਹੜਾ ਹਾਈ ਬੋਇਲਿੰਗ ਪੁਆਇੰਟ ਕਿਹੜਾ ਹੋ ਗਿਆ ਆਪਣੇ ਕੋਲੇ, ਆਪਾਂ ਕੀਤਾ ਸੀ ਨਾ ਉਹਨੇ ਆਰੀ, ਠੀਕ ਹੈ। ਰੇਨੀਅਮ ਕਿੰਨਾ ਇਹਦਾ ਅਪਰੋਕਸੀਮੇਟ ਲੈ ਗਿਆ, ਇਹਦਾ ਅਪਰੋਕਸੀਮੇਟ ਹੈਗਾ ਇਹਦਾ ਮੰਨ ਕੇ ਚੱਲੋ ਤੁਸੀਂ 5600 ਦੇ ਡਿਗਰੀ ਸੈਲਸੀਅਸ ਦੇ ਆਸ-ਪਾਸ ਮੰਨ ਲਓ ਵੀ ਇੰਨਾ ਇਹਦਾ ਜ਼ਿਆਦਾ ਦੇਖ ਲਓ ਬੋਇਲਿੰਗ ਪੁਆਇੰਟ ਹੈ, ਠੀਕ ਹੈ। ਚਲੋ ਹੁਣ ਚੱਲਦੇ ਹਾਂ ਅੱਗੇ। ਹੁਣ ਆ ਜਾਓ ਨੌਨ ਮੈਟਲ ਤੇ। ਨੌਨ ਮੈਟਲ ਦਾ ਫਿਰ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਕੀ ਹੈ, ਲੋ ਹੀ ਮੈਲਟਿੰਗ ਪੁਆਇੰਟ ਹੈ ਤੇ ਲੋ ਹੀ ਕੀ ਹੈ, ਬੋਇਲਿੰਗ ਪੁਆਇੰਟ ਹੈ। ਕਿੰਨਾ ਨੂੰ ਛੱਡ ਕੇ ਕੁਛ ਤਾਂ ਹੋਣਗੇ, ਇਹ ਤਾਂ ਪੱਕੇ ਢੀਠ ਹੈ, ਠੀਕ ਹੈ। ਕਿਹੜੀ ਹੈਗੀ ਆਪਣੇ ਕੋਲੇ, ਡਾਇਮੰਡ ਦਾ ਫਿਰ ਜਦੋਂ ਸਭ ਤੋਂ ਹਾਰਡ ਸਬਸਟੈਂਸ ਹੀ ਇਹ ਹੈ ਨੇਚਰਲ, ਤਾਂ ਇਹਨਾਂ ਦਾ ਫਿਰ ਮੈਲਟਿੰਗ ਪੁਆਇੰਟ ਹੋਊਗਾ ਹੀ ਹੋਊਗਾ ਬਹੁਤ ਜ਼ਿਆਦਾ। ਗ੍ਰੈਫਾਈਟ, ਠੀਕ ਹੈ, ਗ੍ਰੈਫਾਈਟ ਆ ਗਿਆ। ਉਸ ਤੋਂ ਬਾਅਦ ਆਪਣੇ ਕੋਲ ਕੀ ਆ ਗਿਆ, ਕਾਰਬਨ ਆ ਗਿਆ। ਉਸ ਤੋਂ ਬਾਅਦ ਹੋਰ ਕੀ ਆ ਗਿਆ, ਬੋਰੋਨ ਆ ਗਿਆ। ਕਲੀਅਰ ਹੈ। ਇਹਨਾਂ ਦਾ ਜਿਹੜਾ ਨੋਨ ਮੈਟਲ ਦੇ ਵਿੱਚੋਂ ਜ਼ਿਆਦਾ ਮੈਲਟਿੰਗ ਪੁਆਇੰਟ ਤੇ ਬੋਇਲਿੰਗ ਪੁਆਇੰਟ ਹੈਗਾ, ਬਸ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ, ਠੀਕ ਹੈ। ਐਵੇਂ ਨਾ ਜ਼ਿਆਦਾ ਕਨਫਿਊਜ਼ ਹੋਈ ਚੱਲਿਓ। ਹੁਣ ਚੱਲਦੇ ਆਪਾਂ ਅੱਗੇ। ਅੱਜ ਦਾ ਲਾਸਟ ਜਿਹੜਾ ਟੌਪਿਕ ਆਪਣਾ 7ਵੇਂ ਨੰਬਰ ਤੇ ਕਿਹੜਾ ਹੋਊਗਾ ਆਪਣੇ ਕੋਲੇ, ਡੈਂਸਿਟੀ, ਠੀਕ ਹੈ। ਡੈਂਸਿਟੀ ਕਰਨੀ ਹੈ ਆਪਾਂ, ਧਿਆਨ ਨਾਲ ਸਮਝ ਲਿਓ। ਡੈਂਸਿਟੀ ਕੀ ਹੁੰਦੀ ਹੈ, ਡੈਂਸਿਟੀ ਕੀ ਹੁੰਦੀ ਹੈ, ਘਣਤਾ ਆਪਣੇ ਕੋਲੇ, ਠੀਕ ਹੈ। ਡੈਂਸਿਟੀ ਕੀ ਹੁੰਦੀ ਹੈ, ਘਣਤਾ ਹੁੰਦੀ ਹੈ, ਜਿੰਦੇ ਚ ਮਾਸ ਤੇ ਵੋਲੀਅਮ ਨੂੰ ਕੰਸੀਡਰ ਕਰ ਲਿਓਗੇ ਤੁਸੀਂ। ਜਮਾਂ ਸੁੱਖਾ ਜਿੰਨਾ ਤੋੜ ਸਕਦਾ ਮੈਂ ਤੋੜ ਕੇ ਦੱਸੂਗਾ, ਠੀਕ ਹੈ। ਹੁਣ ਇਹਦੇ ਵਿੱਚ ਕੀ ਕਵਾਂਗੇ ਕਿ ਕਿੰਨਾ ਨੇੜੇ ਐਟਮ ਨਾਲ ਬਣਿਆ ਹੋਇਆ ਹੈ। ਹੁਣ ਦੇਖੋ ਛੋਟੀ ਜਿਹੀ ਐਗਜ਼ਾਮਪਲ ਦਊਂਗਾ ਕਿ ਜੇ ਕੋਈ ਚੀਜ਼ ਹੈ, ਆਪਾਂ ਨੂੰ ਜਮਾਂ ਨੇੜੇ ਐਟਮ ਹੈ ਉਹਦੇ, ਠੀਕ ਹੈ, ਤਾਂ ਉਹ ਕੀ ਹੋਊਗੀ, ਓਬਵੀਅਸ ਹੈ ਕਿ ਸਖਤ ਹੋਊਗੀ। ਜੇ ਉਹਦੇ ਦੂਰ ਮੈਟਲ ਹੈ ਉਹ ਕੀ ਹੋਊਗੀ, ਜਾਂ ਤਾਂ ਸੌਫਟ ਹੋਊਗੀ। ਬਸ ਇਹਨਾਂ ਦਿਮਾਗ 'ਚ ਬਿਠਾ ਲਓ ਤੇ ਉਹਨੂੰ ਤੁਸੀਂ ਉਹਦੀ ਡੈਂਸਿਟੀ ਕਹੋਗੇ, ਠੀਕ ਹੈ। ਹੁਣ ਸਮਝ ਲੱਗ ਗਿਆ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੱਸਾਂ। ਹੁਣ ਆ ਗਏ ਮੈਟਲ ਤੇ। ਮੈਟਲ ਤਾਂ ਵੈਸੇ ਹੀ ਸੋਲਿਡ ਹੈ, ਤੇ ਸੋਲਿਡ ਚੀਜ਼ ਕੀ ਹੋਊਗੀ, ਉਹਦੀ ਡੈਂਸਿਟੀ ਕੀ ਹੋਊਗੀ, ਉਹਦੀ ਡੈਂਸਿਟੀ ਆਟੋਮੈਟਿਕ ਹੈ ਕਿ ਹਾਈ ਹੋਊਗੀ, ਜ਼ਿਆਦਾ ਹੋਊਗੀ, ਠੀਕ ਹੈ। ਹੁਣ ਇਹਦੀ ਕੀ ਲਿਖ ਲਾਂਗੇ ਆਪਾਂ, ਦੇ ਹੈਵ ਹਾਈ ਡੈਂਸਿਟੀ, ਠੀਕ ਹੈ। ਫਿਰ ਐਕਸੈਪਸ਼ਨ ਕੀ ਹੈ ਆਪਣੇ ਕੋਲੇ, ਮੇਨ ਦੋ, ਸੋਡੀਅਮ ਤੇ पोटाशियम, ठीक है। पोटाशियम ਇਹਦਾ ਪੂਰਾ ਲਿਖਦਾ ਮੈਂ, ਲਿਖ ਲਿਓ ਬਸ। ਤੇ ਕਰਦੇ ਕੀ ਹੈ, ਇਹ ਪਾਣੀ ਤੇ ਵੀ ਤੈਰ ਸਕਦੇ ਆ, ਇੰਨੇ ਕੁ ਜ਼ਿਆਦਾ ਫੁੱਲੇ ਹੁੰਦੇ ਆ, ਇਹ ਫਲੋਟ ਕਰ ਸਕਦੇ ਆ, ਦੇ ਫਲੋਟ ਔਨ ਵਾਟਰ, ਠੀਕ ਹੈ। ਦੇਖ ਲਓ ਇੰਨਾ ਕੁ ਜ਼ਿਆਦਾ ਇਹ ਹਲਕੇ ਹੁੰਦੇ ਆ। ਮੈਟਲ ਉਹ ਵਾਲੇ ਮੈਟਲ ਹੈ ਜਿਹੜੇ ਪਾਣੀ ਤੇ ਵੀ ਤੈਰ ਸਕਦੇ ਆ। ਹੁਣ ਜੇ ਤੁਹਾਨੂੰ ਇਹਨਾਂ 'ਚ ਕੁਐਸਚਨ ਪੁੱਛਿਆ ਜਾਵੇ ਕਿ ਹੇਠ ਲਿਖਿਆਂ ਵਿੱਚੋਂ ਮੈਟਲ ਕਿਹੜੇ ਧਾਤਾਂ ਜਿਹੜੀਆਂ ਪਾਣੀ ਤੇ ਤੈਰ ਸਕਦੀਆਂ, ਤਾਂ ਤੁਹਾਡਾ ਕੀ ਆਨਸਰ ਆਊਗਾ, ਸੋਡੀਅਮ ਧਾਤ। ਜੇ ਪੋਟਾਸ਼ੀਅਮ ਹੋਵੇ ਤਾਂ ਪੋਟਾਸ਼ੀਅਮ ਧਾਤ, ਠੀਕ ਹੈ। ਇਹੋ ਜਿਹੇ ਕੁਐਸਚਨ ਬਣਦੇ ਨੇ, ਫਿਰ ਤੁਸੀਂ ਉੱਥੇ ਉਲਝੇ ਫਿਰਨਾ ਜੇ ਤੁਹਾਨੂੰ ਟੌਪਿਕ ਨਹੀਂ ਕਲੀਅਰ ਤਾਂ। ਚਲੋ ਹੁਣ ਲਾਸਟ ਆਪਣਾ ਕੀ ਹੈ, ਨੋਨ ਮੈਟਲ ਦੀ ਡੈਂਸਿਟੀ ਦੱਸਾਂਗੇ ਆਪਾਂ। ਨੋਨ ਮੈਟਲ ਦਾ ਫਿਰ ਤੁਹਾਨੂੰ ਪਤਾ ਹੀ ਹੈ ਕਿ ਦੇ ਹੈਵ ਲੋ ਡੈਂਸਿਟੀ, ਪਰ ਐਕਸੈਪਸ਼ਨ ਕਿਹੜਾ ਹੋ ਸਕਦਾ ਇਹਦੇ ਵਿੱਚ, ਐਕਸੈਪਸ਼ਨ ਆਪਣੇ ਕੋਲ ਹੈਗਾ ਮੇਨ ਡਾਇਮੰਡ, ਡੈਂਸਿਟੀ ਹਾਈ ਹੁੰਦੀ ਹੈ, ਬਹੁਤ ਜ਼ਿਆਦਾ ਹਾਰਡ ਵੀ ਹੁੰਦਾ ਇਹ, ਠੀਕ ਹੈ। ਬਸ ਅੱਜ ਲਈ ਸਫੀਸ਼ੀਐਂਟ ਹੈ, ਇੰਨਾ ਜ਼ਿਆਦਾ ਨਾ ਦਿਮਾਗ ਤੇ ਬੋਝ ਪਾਇਓ, ਜਿੰਨਾ ਕਰ ਲਿਆ ਬਹੁਤ ਹੈ। ਇਹਨਾਂ ਦੇ ਕੁਐਸਚਨ ਮੈਂ ਤੁਹਾਨੂੰ ਕੱਲ ਮੌਕ ਟੈਸਟ ਦੇ ਵਿੱਚ ਕਰਾਉਂਗਾ, ਇਹਨਾਂ ਦੇ ਨਾਲ ਰਿਲੇਟਡ ਜਾਂ ਇੱਕ ਦੋ ਚੀਜ਼ਾਂ ਹੋਰ ਦੱਸੂਗਾ, ਵਿੱਚ ਤੁਹਾਨੂੰ ਐਕਸਪਲੇਨੇਸ਼ਨ ਵੀ ਦੇ ਦੂੰਗਾ। ਦੱਸਿਓ ਕਿਵੇਂ ਲੱਗਿਆ ਲੈਕਚਰ, ਸਮਝ ਲੱਗਿਆ ਜਾਂ ਨਹੀਂ, ਠੀਕ ਹੈ। ਤੇ ਜੇ ਸਮਝ ਲੱਗਿਆ ਹੋਵੇ ਤਾਂ ਤੁਹਾਨੂੰ ਪਤਾ ਕਿ ਕੀ ਕਰਨਾ, ਲਾਈਕ ਕਰ ਦਿਓ। ਫਿਰ ਉਸ ਤੋਂ ਬਾਅਦ ਮੈਨੂੰ ਕਮੈਂਟ ਕਰਕੇ ਦੱਸ ਦਿਓ ਕਿ ਕਿਹੜੀ ਚੀਜ਼ ਵਧੀਆ ਲੱਗੀ ਤੇ ਕਿਹੜੀ ਚੀਜ਼ ਬੁਰੀ ਲੱਗੀ, ਤਾਂ ਸ਼ੇਅਰ ਵੀ ਕਰ ਦਿਓ ਆਪਣੇ ਫਰੈਂਡਸ ਦੇ ਨਾਲ, ਜਿਨ੍ਹਾਂ ਕੋਲ ਕੀ ਹੈ ਵਿਚਾਰਿਆਂ ਕੋਲ ਮਟੀਰੀਅਲ ਨਹੀਂ ਮਿਲ ਪਾਉਂਦਾ, ਜਿਨ੍ਹਾਂ ਨੂੰ ਤੁਸੀਂ ਸਮਝ ਸਕਦੇ ਹੋ। ਚਲੋ ਮਿਲਦੇ ਆ ਨੈਕਸਟ ਲੈਕਚਰ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮੇਂ ਦੇਣ ਲਈ। ਇੱਕ ਚੀਜ਼ ਹੋਰ ਯਾਦ ਰੱਖਿਓ ਕਿ ਗਰੁੱਪ ਜ਼ਰੂਰ ਜੁਆਇਨ ਕਰ ਲਿਓ। ਸਵੇਰ ਵਾਲੀ ਕਲਾਸ ਦੀ ਇੱਕ ਵਾਰੀ ਮੌਕ ਟੈਸਟ ਦੀ ਛੁੱਟੀ ਹੈ ਕਿਉਂਕਿ ਸੰਡੇ, ਤੇ ਮੈਥ ਦੀ ਕਲਾਸ ਜ਼ਰੂਰ ਲੱਗੂਗੀ। ਹੋ ਸਕਿਆ ਤਾਂ ਇੱਕ ਅੱਧੀ ਕਲਾਸ ਕੋਈ ਐਡ ਕਰ ਦਾਂਗੇ ਕੱਲ ਨਵੀਂ। ਚਲੋ ਦੇਖਦੇ ਹਾਂ ਕੀ ਬੰਦਾ, ਫਿਰ ਕੱਲ ਤੁਹਾਨੂੰ ਗਰੁੱਪ 'ਚ ਅਪਡੇਟ ਕਰ ਦਿੱਤਾ ਜਾਊਗਾ।
ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਤੁਹਾਡਾ ਕੀਮਤੀ ਸਮੇਂ ਦੇਣ ਲਈ। ਬਹੁਤ ਬਹੁਤ ਸ਼ੁਕਰੀਆ।